ਸਾਹਿਬ ਜੀ। ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ। ਗੁਰ ਪੂਰਾ ਪਾਇਓ ਬੜ ਭਾਗੀ, ਲਿਵ ਲਾਗੀ ਮੇਦਨ ਭਾਰ ਸਹਿਤਾ। ਭੈ ਭੰਜਨ ਪਰ ਪੀਰ ਨਿਵਾਰਨ, ਕਰਲ ਸਹਾਰ ਤੋਏ ਜਿਸ ਭਗਤਾ। ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜੁਨ ਹਰ ਭਗਤਾ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੈ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨੈ ਸੁਖ ਹੋਏ। ਅਮਰ ਪਦਾਰਥ ਨਾਨਕਾ, ਮਨ ਮਾਨੈ ਸੁਖ ਹੋਏ। ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ, ਸਮੁੱਚੀ ਕਾਇਨਾਤ ਦੇ ਰਹਿਬਰ, ਅਗੰਮੀ ਗਿਆਨ ਦੇ ਸਾਗਰ, ਚਾਰ ਪਦਾਰਥਾਂ ਕੇ ਦਾਤੇ, ਸਰਬ ਸੁਖ ਸੰਪੰਨ, ਸਰਬ ਦੁੱਖ ਹਰਤਾ, ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੀਆਂ ਅਜ਼ਮਤਾਂ ਰਹਿਮਤਾਂ ਦੇ ਮਾਲਕ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਮੁਕੱਦਸ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਤ ਸੰਗਤ ਰੂਪ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਤੋਂ ਜੀਵਨ ਜਾਚ ਪ੍ਰਾਪਤ ਕਰ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਸਰਬੱਤ ਸਤ ਸੰਗੀ ਜਨੋ, ਸਾਰੇ ਹੀ ਵਡਭਾਗੀ ਹਾਂ। ਸਤਿਗੁਰਾਂ ਨੇ ਨਦਰੇ ਅਨਾਇਤ ਕੀਤੀ ਹੈ, ਸਤ ਸੰਗਤ ਦੀਆਂ ਅਨਮੋਲਕ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਹਨ। ਬੜੇ ਪਿਆਰ ਅਦਬ ਸਤਿਕਾਰ ਸਹਿਤ ਆਪ ਸਰਬੱਤ ਸੰਗਤ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਸ਼੍ਰੀ ਆਸਾ ਕੀ ਵਾਰ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਜਿਨ੍ਹਾਂ ਪਾਵਨ ਬਚਨਾਂ ਦੀ ਵਿਚਾਰ ਹੋਣੀ ਹੈ, ਤਿੰਨਾਂ ਦਾ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਜਿਹੜੀ ਅਸੀਂ ਨਿੱਤ ਦੀ ਬਾਣੀ, ਜਿਹੜਾ ਸਾਡਾ ਨਿੱਤ ਦਾ ਨੇਮ ਹੈ, ਇਹ ਬਾਣੀ ਉਸ ਦਾ ਹਿੱਸਾ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਜਿਸ ਦੀ ਇਹ ਅੰਤਲੀ ਅਸ਼ਟਪਦੀ ਦੇ ਵਿੱਚੋਂ 5 ਨੰਬਰ ਅਤੇ 6 ਨੰਬਰ ਬੰਦ ਜੋ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਪਾਵਨ ਬਚਨਾਂ ਰਾਹੀਂ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰ ਦੀ ਕਿਰਪਾ ਮਹਿਰਮ ਸਦਕਾ ਜਾਣਨ ਦਾ ਯਤਨ ਕਰੀਏ।
ਸਤਿਗੁਰੂ ਕਿਰਪਾ ਕਰਨ, ਆਪ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਇਸ ਅੰਮ੍ਰਿਤਮਈ ਬਾਣੀ ਦੀ ਵਿਚਾਰ ਗੁਰਮਤ ਦੇ ਦਾਇਰੇ ਅੰਦਰ ਰੱਖ ਕੇ ਕਰਵਾ ਲੈਣ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਝੁਕਾਈਏ ਗੁਰੂ ਚਰਨਾਂ ਵਿੱਚ ਸੀਸ। ਦਸਮ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ, ਕਰੋ ਰਸਨਾ ਪਵਿੱਤਰ। ਇੱਕੋ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬੰਦ ਅੰਦਰ ਕਿਰਪਾ ਕੀਤੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪ੍ਰਭ ਕੀ ਉਸਤਤ, ਉਸਤਤ ਦੀ ਗੱਲ ਕੀਤੀ ਹੈ। ਜਦੋਂ ਉਸਤਤ ਦੀ ਗੱਲ ਕਰਦੇ ਹਾਂ, ਵਡਿਆਈ ਦੀ ਗੱਲ ਕਰਦੇ ਹਾਂ, ਮਹਾਨਤਾ ਦੀ ਗੱਲ ਕਰਦੇ ਹਾਂ, ਅਨੇਕਾਂ ਪ੍ਰਕਾਰ ਦੇ ਅਰਥ ਨੇ। ਪਰ ਜੇ ਮੁੱਖ ਤੌਰ 'ਤੇ ਆਪਾਂ ਲਈਏ, ਸੌਖਾ ਸਮਝਣਾ ਹੋ ਜਾਏਗਾ, ਇਸ ਨੂੰ ਤਿੰਨ ਤਰ੍ਹਾਂ ਲੈ ਲਈਏ। ਪਹਿਲਾ ਹੈ ਮਨੁੱਖ ਆਪਣੀ ਉਸਤਤ ਚਾਹੁੰਦਾ, ਆਪਣੀ ਵਡਿਆਈ ਚਾਹੁੰਦਾ। ਦੂਸਰਾ ਦੁਨੀਆ ਦੀ ਵਡਿਆਈ ਹੈ। ਤੀਸਰੀ ਅਕਾਲ ਪੁਰਖ ਦੀ ਵਡਿਆਈ ਹੈ। ਅਕਾਲ ਪੁਰਖ ਨੇ ਸਾਰੀ ਰਚਨਾ ਬਣਾਈ, ਇਹ ਸਾਰੀ ਸ੍ਰਿਸ਼ਟੀ ਬਣਾ ਕੇ ਸਭ ਤੋਂ ਉੱਤਮ ਜੂਨ ਜਿਹੜੀ ਹੈ ਉਹ ਮਨੁੱਖ ਦੀ ਬਣਾ ਦਿੱਤੀ। ਕਿਉਂਕਿ ਮਨੁੱਖ ਇਸ ਧਰਤੀ ਦਾ ਸਰਦਾਰ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿਉਂਕਿ ਅਵਰ ਜੂਨ ਤੇਰੀ ਪਨਿਹਾਰੀ। ਸਭ ਤੋਂ ਉੱਤਮ ਮਨੁੱਖਾ ਜੂਨ ਹੈ। ਔਰ ਇਸੀ ਦੀ ਉੱਤਮਤਾ ਹੀ ਬਿਆਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਅਨੇਕਾਂ ਪ੍ਰਮਾਣ ਦਿੱਤੇ ਨੇ। ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਪਦ ਹਰ ਕੀ ਸੀ। ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਏ। ਔਰ ਇਹ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਹੈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਔਰ ਵੇਖੋ ਚਿਰੰਕਾਲ ਇਹ ਦੇਹ ਸੰਜਰੀਆਂ, 84 ਲੱਖ ਜੋਨਾਂ ਦੇ ਵਿੱਚੋਂ ਸਿਰਮੌਰ ਜੋਨ ਜਿਹੜੀ ਹੈ ਉਹ ਮਨੁੱਖ ਦੀ ਹੈ। ਕਿਉਂਕਿ ਇਸੇ ਜੋਨ ਦੇ ਵਿੱਚ ਪਰਮਾਤਮਾ ਨਾਲ ਅਭੇਦਤਾ ਹਾਸਲ ਕੀਤੀ ਜਾ ਸਕਦੀ ਹੈ। ਮਨੁੱਖਾ ਜੋਨ ਦੇ ਅੰਦਰ ਹੀ ਪਰਮਾਤਮਾ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਲੀਨ ਹੋਇਆ ਜਾ ਸਕਦਾ ਹੈ, ਇੱਕ ਮਿਕ ਹੋਇਆ ਜਾ ਸਕਦਾ ਹੈ। ਪਰ ਹੁਣ ਇੱਥੇ ਸਭ ਤੋਂ ਵੱਡੀ ਰੁਕਾਵਟ ਕੀ ਹੈ? ਸਭ ਤੋਂ ਵੱਡੀ ਰੁਕਾਵਟ ਵੀ ਨਾਲ ਨਾਲ ਚੱਲ ਰਹੀ ਹੈ। ਉਹ ਕੀ ਹੈ? ਇਹ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉ ਮੈਂ ਦੁਸ਼ਟੀ ਪਾਈ। ਆਵਣ ਜਾਣਾ, ਜੰਮਣ ਮਰਨਾ, ਮਨਮੁਖ ਪਤ ਗਵਾਈ। ਕਾਰਨ ਕੀ ਹੈ? ਪਰਮਾਤਮਾ ਦੇ ਤੇ ਮਨੁੱਖ ਦੇ ਵਿੱਚ ਮਿਲਾਪ ਦੇ ਵਿੱਚ ਰੁਕਾਵਟ ਕੀ ਹੈ? ਰੁਕਾਵਟ ਹੈ ਹਉ ਮੈਂ, ਅਪਣੰਤ। ਔਰ ਇਹ ਦਿਨ ਪ੍ਰਤੀ ਦਿਨ ਵੱਧਦੀ ਚਲੀ ਜਾ ਰਹੀ ਹੈ। ਪਰਮਾਤਮਾ ਤੇ ਮਨੁੱਖ ਦੇ ਦਰਮਿਆਨ ਨੇੜਤਾ ਹੋਣੀ ਚਾਹੀਦੀ ਸੀ। ਜਿਉਂ-ਜਿਉਂ ਦਿਨ ਬਤੀਤ ਹੁੰਦਾ, ਸਮਾਂ ਬਤੀਤ ਹੁੰਦਾ, ਪ੍ਰਤੀ ਦਿਨ ਇਹਦੀ ਨੇੜਤਾ ਹੋਰ ਵਧਣੀ ਚਾਹੀਦੀ ਸੀ। ਹੋ ਇਹ ਰਿਹਾ ਪ੍ਰਤੀ ਦਿਨ, ਹਰ ਘੜੀ, ਹਰ ਸਮੇਂ ਇਹ ਉਸ ਮਾਲਕ ਤੋਂ ਹੋਰ ਦੂਰ ਹੁੰਦਾ ਚਲਾ ਜਾ ਰਿਹਾ। ਕਿਉਂਕਿ ਕੂੜ ਦੀ ਜਿਹੜੀ ਅੰਦਰ ਦੀਵਾਰ ਹੈ ਉਹ ਹੋਰ ਉੱਚੀ ਹੁੰਦੀ ਚਲੀ ਜਾ ਰਹੀ ਹੈ। ਪੈਰ ਪੈਰ 'ਤੇ ਮਨੁੱਖ ਝੂਠ ਬੋਲਦਾ, ਕੂੜ ਕਮਾਉਂਦਾ ਅਤੇ ਕੂੜ ਹੀ ਇਕੱਠਾ ਕਰਕੇ ਇਹ ਸਿੰਚ ਰਿਹਾ। ਸਤਿਗੁਰੂ ਨੇ
ਮਹਿਰਮਤ ਕੀਤੀ ਹੈ। ਸਤਿਗੁਰੂ ਜੀ ਨੇ ਤਰੁੱਠ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨੁੱਖ ਔਰ ਪ੍ਰਮਾਤਮਾ ਦੇ ਦਰਮਿਆਨ ਇਹ ਹਉਮੈ ਜਿਹੜੀ ਹੈ, ਇਹ ਸਭ ਤੋਂ ਵੱਡੀ ਰੁਕਾਵਟ ਹੈ। ਔਰ ਇਹੀ ਕਾਰਨ ਹੈ, ਹਉਮੈ ਅਪਣੰਤ ਦੇ ਕਾਰਨ ਹਰ ਚੀਜ਼ ਨੂੰ ਇਸ ਨੇ ਆਪਣੇ ਨਾਲ ਜੋੜਿਆ। ਮੇਰਾ ਘਰ, ਮੇਰਾ ਸਾਧਨ, ਮੇਰੀ ਜ਼ਮੀਨ, ਮੇਰੀ ਫੈਕਟਰੀ, ਮੇਰੀ ਆ ਪ੍ਰੋਪਰਟੀ, ਆ ਚੀਜ਼ ਮੇਰੀ 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 ਕਰਕੇ ਹਰ ਚੀਜ਼ ਵਿੱਚੋਂ ਇਹ ਆਪਣੀ ਉਸਤਤ, ਹਰ ਚੀਜ਼ ਨੂੰ ਆਪਣੇ ਨਾਲ ਜੋੜ ਕੇ ਇਹ ਸੋਚਦਾ ਉਹਦੀ ਉਸਤਤ ਨਹੀਂ, ਮੇਰੀ ਉਸਤਤ ਹੋ ਰਹੀ। ਮੇਰੇ ਮਕਾਨ ਦੀ ਕੋਈ ਵਡਿਆਈ ਕਰਦਾ ਹੈ, ਮਕਾਨ ਬਹੁਤ ਖੂਬਸੂਰਤ ਹੈ, ਉਹਨੂੰ ਆਪਣੇ ਨਾਲ ਜੋੜ ਲੈਂਦਾ। ਕਿਉਂ? ਇਹ ਮਕਾਨ ਮੇਰਾ ਹੈ, ਇਹ ਉਸਤਤ ਵੀ ਮੇਰੀ ਹੈ। ਇਹ ਸਾਧਨ ਬਹੁਤ ਖੂਬਸੂਰਤ ਹੈ, ਇਹ ਸਾਧਨ ਬਹੁਤ ਸ਼ਾਨਦਾਰ ਹੈ, ਉਹ ਵੀ ਆਪਣੇ ਆਪ ਨੂੰ ਜੋੜ ਲੈਂਦਾ। ਇਹ ਸਾਧਨ ਮੇਰਾ ਹੈ, ਇਹਦੇ ਵਿੱਚ ਵੀ ਮੇਰੀ ਉਸਤਤ ਹੈ। ਤੇਰੀ ਫੈਕਟਰੀ ਬਹੁਤ ਸ਼ਾਨਦਾਰ ਹੈ, ਬੜੀ ਵਧੀਆ ਤਰਤੀਬ ਦਿੱਤੀ ਹੋਈ ਹੈ, ਉਹਦੇ ਵਿੱਚੋਂ ਵੀ ਇਹ ਆਪਣੀ ਉਸਤਤ ਲੱਭਦਾ। ਇਹਨੂੰ ਮੈਂ ਤਰਤੀਬ ਦਿੱਤੀ ਹੈ, ਇਹ ਮੇਰੀ ਫੈਕਟਰੀ ਹੈ, ਇਸ ਕਰਕੇ ਉਸਤਤ ਵੀ ਮੇਰੀ ਹੈ। ਗੁਰਬਾਣੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਮਝਾਇਆ ਕਿ ਇਹ ਮਨੁੱਖ ਇਸ ਮੰਦਰ ਰੂਪੀ, ਇਸ ਹਿਰਦੇ ਰੂਪੀ ਮੰਦਰ ਦੇ ਅੰਦਰ, ਘਰ ਦੇ ਅੰਦਰ ਇੱਕੋ ਹੀ ਚੀਜ਼ ਟਿਕ ਸਕਦੀ ਹੈ। ਜਿਸ ਤਰ੍ਹਾਂ ਹਉਮੈ ਹੈ ਤੇ ਫਿਰ ਨਾਮ ਨਹੀਂ ਟਿਕੇਗਾ, ਜੇ ਨਾਮ ਹੈ ਤੇ ਫਿਰ ਹਉਮੈ ਨਹੀਂ ਹੈ। ਜੇ ਅੰਦਰ ਖੁਦ ਹੈ ਤੇ ਫਿਰ ਖੁਦਾ ਨਹੀਂ, ਜੇ ਖੁਦਾ ਹੈ ਤੇ ਫਿਰ ਖੁਦ ਨਹੀਂ। ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋਵੇਂ ਚੀਜ਼ਾਂ ਇਕੱਠੀਆਂ ਤੇ ਨਹੀਂ ਨਾ ਰਹਿ ਸਕਦੀਆਂ। ਨਾਮ ਵੀ ਹੋਵੇ ਤੇ ਅਸੀਂ ਸੋਚੀਏ ਵੀ ਹਉਮੈ ਵੀ ਕਰਦੇ ਰਹੀਏ, ਨਹੀਂ, ਦੋਵੇਂ ਚੀਜ਼ਾਂ ਇਕੱਠੀਆਂ ਨਹੀਂ। ਇਸ ਲਈ ਬਾਣੀ ਦਾ ਬਚਨ ਪੜ੍ਹਦੇ ਹਾਂ, ਜਬ ਹਮ ਹੋਤੇ ਤਬ ਤੂੰ ਨਾਹੀਂ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਿੰਨਾ ਚਿਰ ਮੈਂ ਮੇਰੀ ਹੈ, ਮੈਂ ਖੁਦ ਹਾਂ, ਉਨਾ ਚਿਰ ਇਹ ਖੁਦਾ ਤੂੰ ਨਹੀਂ ਹੈ। ਅਬ ਤੂੰ ਹੀ ਮੈਂ ਨਾਹੀਂ। ਜਦੋਂ ਖੁਦਾ ਅਕਾਲ ਪੁਰਖ ਪਰਮਾਤਮਾ ਦਾ ਅੰਦਰ ਵਾਸਾ ਹੋਇਆ, ਫਿਰ ਆਪਣੀ ਹਸਤੀ ਕੋਈ ਨਹੀਂ, ਮੈਂ ਮੇਰੀ ਕੋਈ ਨਹੀਂ। ਰੁਕਾਵਟ ਕਿੱਥੇ ਹੈ? ਮੈਂ ਮੇਰੀ, ਮੈਂ ਮੇਰੀ ਅਪਣੰਤ, ਜਿਹੜੀ ਦਿਨ ਪ੍ਰਤੀ ਦਿਨ ਵਿੱਥ ਵਧਾ ਰਹੀ ਹੈ। ਇਹ ਮਨੁੱਖਾ ਜਨਮ ਦਾ ਜਿਹੜਾ ਮਨੋਰਥ ਹੈ, ਉਹ ਪ੍ਰਮਾਤਮਾ ਨਾਲ ਇਕਸੁਰ ਹੋਣਾ ਹੈ, ਇਕਮਿਕ ਹੋਣਾ ਹੈ, ਇਕਮਿਕਤਾ ਹਾਸਲ ਕਰਨੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੈਨੂੰ ਵਾਰੀ ਮਿਲੀ ਅਵਸਰ ਮਿਲਿਆ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਆਪਣੇ ਅੰਦਰ ਵਿਚਾਰ ਕਰ, ਤੈਨੂੰ ਅਵਸਰ ਮਿਲਿਆ, ਇਹਦਾ ਲਾਭ ਉਠਾ। ਪਰ ਰੁਕਾਵਟ ਬਣ ਗਈ ਹਉਮੈ, ਮੈਂ ਮੇਰੀ ਰੁਕਾਵਟ ਬਣ ਗਈ ਪਰਮਾਤਮਾ ਦੇ ਮਿਲਾਪ ਵਿੱਚ। ਇਹਨੇ ਆਪਣਾ ਸਾਰਾ ਕਾਰਜ ਵਿਗਾੜ ਲਿਆ। ਜਿਹੜਾ ਕਾਰਜ ਸਿੱਧ ਹੋ ਜਾਣਾ ਚਾਹੀਦਾ ਸੀ, ਉਹ ਕਾਰਜ ਵਿਗੜ ਗਿਆ। ਤੇ ਜਦੋਂ ਕਾਰਜ ਵਿਗੜ ਗਿਆ, ਇਹ ਨਹੀਂ ਕਿ ਕਾਰਜ ਰਾਸ ਨਹੀਂ ਹੋ ਸਕਦਾ, ਕਾਰਜ ਪੂਰਾ ਨਹੀਂ ਹੋ ਸਕਦਾ, ਹੋ ਸਕਦਾ। ਉਹਦੇ ਲਈ ਕਰਨਾ ਕੀ ਪਏਗਾ? ਉਹਦੇ ਲਈ ਕਰਨਾ ਇਹ ਪਏਗਾ ਜੋ ਅੱਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ। ਕੀ ਕਰਨਾ ਪਏਗਾ? ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਹੈ ਮੇਰੇ ਮਿੱਤਰ, ਕੀ ਕਰ? ਉਸ ਪ੍ਰਭੂ ਦੀ ਉਸਤਤ ਕਰ। ਮੈਂ ਮੇਰੀ ਛੱਡ, ਅਪਣੰਤ ਤਿਆਗ, ਆਪਣੀ ਉਸਤਤ ਨੂੰ ਦੂਰ ਕਰ। ਗੁਰੂ ਦੀ ਰਹਿਮਤ ਸਦਕਾ ਤੂੰ ਇਸ ਆਪਣੀ ਉਸਤਤ, ਆਪਣੀ ਵਡਿਆਈ ਤੋਂ ਬਾਹਰ ਨਿਕਲ ਜਾਏ ਤੇ ਗੁਰੂ ਕਿਰਪਾ ਕਰੇ ਤੂੰ ਅਕਾਲ ਪੁਰਖ ਦੀ ਸਿਫਤੋ ਸਲਾਹ ਕਰਨ ਲੱਗ ਜਾਏ, ਉਹਦੇ ਗੁਣ ਗਾਣ ਲੱਗ ਜਾਏ। ਫਿਰ ਉਹਦੀ ਉਸਤਤ
ਦੀ ਇਹ ਵਡਿਆਈ ਹੈ, ਉਹਦੀ ਇਸ ਵਡਿਆਈ, ਉਸ ਦੀ ਉਸਤਤ ਦੀ ਇਹ ਖੂਬੀ ਹੈ ਕਿ ਜਿਹੜਾ ਉਹਦੀ ਉਸਤਤ ਕਰਦਾ ਹੈ, ਜਿਹੜਾ ਉਹਨੂੰ ਜਪਦਾ ਹੈ, ਜਿਹੜਾ ਉਹਨੂੰ ਧਿਆਉਂਦਾ ਹੈ, ਉਹ ਹੀ ਨਿਰੰਕਾਰ ਰੂਪ ਹੋ ਜਾਂਦਾ। ਇਹ ਵਡਿਆਈ ਹੈ ਉਹਦੀ ਉਸਤਤ ਦੀ। ਜਿਹੜਾ ਜਪਦਾ ਹੈ, ਜਿਹੜਾ ਧਿਆਉਂਦਾ ਹੈ, ਜਿਹੜਾ ਸਿਮਰਦਾ ਹੈ, ਉਹ ਉਹਦਾ ਹੀ ਰੂਪ ਹੋ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜਿਹੜਾ ਮਨੁੱਖ ਉਸ ਨੂੰ ਸਿਮਰਦਾ ਹੈ, ਉਹ ਉਹਦਾ ਰੂਪ ਹੋ ਜਾਂਦਾ। ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਆਪਣੇ ਭਾਰਤ ਦੇਸ਼ ਦੇ, ਦੁਨੀਆ ਦੇ ਇਤਿਹਾਸ ਨੂੰ ਵਾਚਦੇ ਹਾਂ, ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ, ਭਗਤ ਸੰਤ ਜਨ ਹੋਏ ਨੇ, ਗੁਰਸਿੱਖ ਹੋਏ ਨੇ, ਉਹਨਾਂ ਨੇ ਸਭ ਤੋਂ ਉੱਚਾ ਮਿਆਰ ਹਾਸਲ ਕੀਤਾ, ਉੱਚੇ ਮੁਕਾਮ ਤੇ ਪਹੁੰਚੇ। ਉਸ ਉੱਚੇ ਮੁਕਾਮ ਤੇ ਪਹੁੰਚਣ ਲਈ ਵੱਡਾ ਮੁਰਾਤਬਾ ਹਾਸਲ ਕੀਤਾ, ਵੱਡਾ ਮੁਕਾਮ ਹਾਸਲ ਕੀਤਾ। ਪਰ ਉਹ ਹਾਸਲ ਹੋਇਆ ਕਿਵੇਂ? ਹਾਸਲ ਹੋਇਆ ਉਸ ਨੂੰ ਸਿਮਰ ਕੇ। ਪ੍ਰਭ ਕੀ ਉਸਤਤ ਕਰੋ ਸਿੰਤ ਮੀਤ। ਨੀਚ ਜਾਤ ਹਰ ਜਪਤੇ। ਨੀਚ ਜਾਤ ਵਿੱਚ ਵੀ ਕੋਈ ਕਹੀ ਜਾਂਦੀ ਨੀਚ ਜਾਤ ਜਿਹਨੂੰ ਲੋਕ ਦੁਤਕਾਰਦੇ ਹੋਣ, ਜੇ ਉਹ ਵੀ ਹਰੀ ਨੂੰ ਜਪਦਾ ਹੈ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤ। ਕਿਸ਼ਨ ਉਤਰਿਆ ਘਰ ਜਿਸ ਜਾਏ। ਜਿਸ ਘਰ ਵਿੱਚ ਕ੍ਰਿਸ਼ਨ ਜੀ ਦਾ ਉਤਾਰਾ ਹੋਇਆ, ਉਹ ਜਾ ਕੇ ਦਾਸੀ ਦੇ ਸੁਤ ਬਿਦਰ ਜੀ ਨੂੰ ਪੁੱਛੋ। ਇਹ ਹੈ ਵਡਿਆਈ। ਜਿਹੜਾ ਉਸ ਦੀ ਉਸਤਤ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹ ਉੱਤਮ ਪਦਵੀ ਪ੍ਰਾਪਤ ਕਰ ਲੈਂਦਾ ਹੈ। ਔਰ ਮੈਂ ਅਕਸਰ ਇਸ ਸ਼ਬਦ ਨੂੰ ਆਪ ਜੀ ਦੇ ਸਨਮੁਖ ਰੱਖਦਾ ਹੁੰਨਾ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤਾ ਹੋਇਆ। ਵਡਿਆਈ ਦੱਸਦੇ ਨੇ। ਕੀ ਹੈ ਵਡਿਆਈ? ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਜਿਹਨੂੰ ਕੋਈ ਕੌਡੀ ਤੁਲ ਨਹੀਂ ਸੀ ਜਾਣਦਾ, ਉਹ ਕੀਮਤੀ ਹੋ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਹਰਾ, ਭਇਓ ਗੁਣੀ ਗਹੀਰਾ। ਗੁਣਾਂ ਦਾ ਖਜ਼ਾਨਾ ਬਣ ਜਾਂਦਾ ਨਾ। ਪਾਵਨ ਬਚਨਾਂ ਅੰਦਰ ਸਤਿਗੁਰੂ ਜੀ ਨੇ ਅੱਜ ਇਹੀ ਕਿਰਪਾ ਕੀਤੀ ਹੈ ਨਾ, ਜਿਸ ਮਨ ਬਸੈ ਸੋ ਹੋਤ ਨਿਧਾਨ। ਇਹੀ ਹੋਇਆ ਨਾ ਫਿਰ, ਜਿਹਨੇ ਜਪਿਆ, ਮਨ ਵਿੱਚ ਵਸਾ ਲਿਆ, ਤੇ ਕੀ ਹੋਇਆ? ਨੀਚ ਕੁਲਾ ਜੋ ਲਹਰਾ, ਭਇਓ ਗੁਣੀ ਗਹੀਰਾ। ਉਹ ਗੁਣਾਂ ਦਾ ਖਜ਼ਾਨਾ ਬਣ ਗਿਆ। ਰਵਿਦਾਸ ਢਵੰਤਾ ਢੋਰ, ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਜਿਹਨੂੰ ਨੀਵੀਂ ਜਾਤ ਦਾ ਕਹਿ ਕੇ ਦੁਤਕਾਰਦੇ ਸਨ, ਇਹ ਚਮਿਆਰ ਹੈ, ਇਹ ਮਰੇ ਪਸ਼ੂ ਢੋਂਦਾ ਹੈ, ਉਹਦਾ ਚੰਮ ਉਤਾਰਦਾ, ਤੇ ਉਸ ਦੇ ਨਾਮ ਜਪਣ ਸਦਕਾ ਇਹ ਵਡਿਆਈ ਮਿਲੀ। ਕੋਈ ਅਮੀਰ ਨਹੀਂ ਸਨ, ਕੋਈ ਧਨਵਾਨ ਤੇ ਨਹੀਂ ਸਨ। ਮਰੇ ਪਸ਼ੂ ਢੋਂਦੇ ਹਨ, ਜੁੱਤੀ ਗੰਢਦੇ ਹਨ, ਪਰ ਸਿਮਰਨ ਦੀ ਏਡੀ ਵਡਿਆਈ ਹੈ, ਉਹਦੀ ਉਸਤਤ ਕਰਨ ਦੀ ਇਹ ਵਡਿਆਈ ਹੈ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਫਿਰ ਅੱਗੇ ਭਗਤ ਜੀ ਬਾਰੇ ਕਿਹਾ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਹਿਰਦੇ ਵਿੱਚ ਜਦੋਂ ਵਸ ਗਿਆ ਤੇ ਭਗਤਾਂ ਵਿੱਚ ਗਿਣਤੀ ਹੋ ਗਈ। ਜਿਹੜਾ ਘਰ ਘਰ ਮੁੱਠੀ ਚਾਪੀ ਕਰਦਾ ਸੀ, ਮੁੱਠੀਆਂ ਭਰਦਾ ਸੀ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਵਡਿਆਈ ਮਿਲਦੀ। ਜਿਹੜਾ ਉਹਦੀ ਉਸਤਤ ਕਰਦਾ, ਨਾਮ ਜਪਦਾ ਹੈ, ਉਹਨੂੰ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਉੱਤਮ ਪਦਵੀ ਪ੍ਰਾਪਤ ਹੁੰਦੀ ਹੈ, ਸਿਰਮੌਰ ਅਵਸਥਾ ਪ੍ਰਾਪਤ ਹੁੰਦੀ ਹੈ, ਵੱਡਾ ਮੁਰਾਤਬਾ ਹਾਸਲ ਹੁੰਦਾ ਹੈ, ਔਰ ਜੁਗਾਂ ਜੁਗਾਂ ਤੱਕ ਉਹਨਾਂ ਦੀ ਸ਼ੋਭਾ ਹੁੰਦੀ ਹੈ। ਜਿਸ ਸਮੇਂ ਦੀ ਗੱਲ ਆਪਾਂ ਕਰ ਰਹੇ ਹਾਂ,
ਭਗਤ ਕਬੀਰ ਸਾਹਿਬ ਜੀ ਦੇ ਸਮੇਂ, ਭਗਤ ਨਾਮਦੇਵ ਜੀ ਦੇ ਸਮੇਂ, ਭਗਤ ਰਵਿਦਾਸ ਜੀ ਦੇ ਸਮੇਂ, ਭਗਤ ਸੈਣ ਜੀ ਦੇ ਸਮੇਂ, ਭਗਤ ਧੰਨਾ ਜੀ ਦੇ ਸਮੇਂ ਕਿੱਡੇ ਕਿੱਡੇ ਧਨਵਾਨ ਹੋਏ ਹੋਣਗੇ, ਕਿੱਡੇ ਕਿੱਡੇ ਜ਼ਿਮੀਂਦਾਰ ਹੋਏ ਹੋਣਗੇ, ਜਿਨ੍ਹਾਂ ਕੋਲ ਧਨ ਦੇ ਅੰਬਾਰ ਲੱਗੇ ਹੋਣਗੇ, ਪਰ ਉਹਨਾਂ ਨੂੰ ਕੌਣ ਜਾਣਦਾ। ਅੱਜ ਉਹਨਾਂ ਦਾ ਕਿਤੇ ਨਾਮ ਲਿਆ ਜਾਂਦਾ, ਨਾਮ ਜਪਣ ਵਾਲਿਆਂ ਦਾ ਹੀ ਆਉਂਦਾ, ਸੀਸ ਝੁਕਦਾ ਜਪਣ ਵਾਲਿਆਂ ਅੱਗੇ ਆ। ਤੁਸੀਂ ਇਸ ਪਾਵਨ ਅਸਥਾਨ ਤੇ ਨਤਮਸਤਕ ਹੋਏ ਹੋ। ਇਸ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤੇ ਜਿੱਥੇ ਨਤਮਸਤਕ ਹੋਏ ਹੋ, ਸਭ ਤੋਂ ਪਹਿਲਾਂ ਉਹਨਾਂ ਦੇ ਅਨੰਨ ਪਿਆਰੇ ਗੁਰਸਿੱਖਾਂ ਦੇ ਪਾਵਨ ਸ਼ਹੀਦੀ ਸਥਾਨ ਨੂੰ ਨਮਸਕਾਰ ਕਰਕੇ ਆਏ ਹੋ। ਗੁਰੂ ਸਾਹਿਬ ਦੇ ਸਥਾਨ ਨੂੰ ਤੁਸੀਂ ਬਾਅਦ ਵਿੱਚ ਆ ਕੇ ਨਮਸਕਾਰ ਕੀਤੀ ਹੈ। ਸਭ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਾਹਿਬ ਭਾਈ ਸਤੀ ਦਾਸ ਜੀ ਤੇ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਨਮਸਕਾਰ ਕਰਕੇ ਆਏ ਹੋ ਆਪ ਜੀ। ਸਭ ਤੋਂ ਪਹਿਲਾਂ ਗੁਰਸਿੱਖਾਂ ਨੂੰ ਐਡੀ ਵਡਿਆਈ ਦਿੱਤੀ ਹੈ ਮਾਲਕ ਨੇ, ਆਪਣੇ ਤੋਂ ਪਹਿਲਾਂ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੱਤੀ ਹੈ। ਜਿਹੜਾ ਉਸ ਮਾਲਕ ਨੂੰ ਸਿਮਰਦਾ, ਇਸ ਤਰ੍ਹਾਂ ਵਡਿਆਈ ਪ੍ਰਾਪਤ ਹੁੰਦੀ ਹੈ। ਆਪਣੀ ਹਉ ਨੂੰ, ਆਪਣੀ ਅਪਣੰਤ ਨੂੰ ਜਦੋਂ ਮਨੁੱਖ ਤਿਆਗ ਦੇਗਾ, ਉਹਦੀ ਉਸਤਤ ਕਰੇਗਾ, ਉਹਦਾ ਰੂਪ ਹੋ ਜਾਏਗਾ। ਇਹ ਹੈ ਹਉਮੈ। ਜਿਹੜੀ ਹਉਮੈ ਅਪਣੰਤ ਹੈ, ਮੈਂ ਮੇਰੀ ਕਰਦੇ ਹਾਂ, ਇਹਦੇ ਤੋਂ ਛੁਟਕਾਰਾ ਹੋ ਜਾਏ। ਦੂਸਰੀ ਗੱਲ ਹੈ, ਮਨੁੱਖ ਆਪਣੇ ਆਪ ਧੋਟੇ ਫਿਰ ਦੁਨੀਆ ਦੀ ਗੱਲ ਕਰਦੇ ਆ ਕਿ ਦੁਨੀਆ ਦੀ ਸਿਫਤ ਸਲਾਹ ਕਰਨ ਲੱਗ ਜਾਂਦਾ, ਫਿਰ ਉਹ ਕੁਛ ਉੱਥੋਂ ਹਾਸਲ ਹੋ ਜਾਏ। ਪਰ ਗੁਰੂ ਸਾਹਿਬ ਨੇ ਸਿੱਧੇ ਲਫ਼ਜ਼ਾਂ ਵਿੱਚ ਮਨੁੱਖ ਨੂੰ ਸਮਝਾਇਆ, ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ। ਦੁਨੀਆ ਦੀ ਸਿਫਤ ਸਲਾਹ ਕਾਹਦੀ ਕਰਦਾ, ਉਹਨਾਂ ਦੀ ਉਸਤਤ ਕਾਹਦੀ ਕਰਦਾ, ਦੁਨੀਆ ਦੀ ਕਾਹਦੀ ਉਸਤਤ ਕਰਨੀ ਹੈ ਜਿਸ ਨੇ ਨਾਸ਼ ਹੋ ਜਾਣਾ ਹੈ। ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਲੋਕਾਂ ਦੀ ਕਾਹਦੀ ਸਿਫਤ ਸਲਾਹ ਕਰਨਾ, ਜਿਨ੍ਹਾਂ ਨੇ ਮਰ ਕੇ ਖਾਕ ਰੂਪ ਹੀ ਹੋ ਜਾਣਾ ਹੈ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ। ਸਦਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਵੱਡੇ ਮਾਲਕ ਦੀ ਸਿਫਤ ਸਲਾਹ ਕਰ, ਜਿਹੜਾ ਬੇਪਰਵਾਹ ਹੈ, ਜਿਸ ਤੋਂ ਵੱਡਾ ਕੋਈ ਨਹੀਂ, ਜਿਸ ਤੋਂ ਉੱਚਾ ਕੋਈ ਨਹੀਂ। ਏਵੜ ਉੱਚਾ ਹੋਵੇ ਕੋਏ, ਜੇ ਕੋਈ ਉਹਦੇ ਜਿੱਡਾ ਉੱਚਾ ਹੋਏਗਾ ਤਾਂ ਹੀ ਤੇ ਉਹਨੂੰ ਜਾਣ ਸਕੇਗਾ, ਪਰ ਉਹਦੇ ਜਿੱਡਾ ਨਾ ਕੋਈ ਹੋਇਆ, ਨਾ ਕੋਈ ਹੋ ਸਕਦਾ। ਉਹ ਆਪ ਹੀ ਆਪ ਹੈ, ਵੱਡਾ ਉਹ ਆਪ ਹੈ। ਇਸ ਲਈ ਦੁਨੀਆ ਨਾ ਸਲਾਹੇ ਜੋ ਮਰਵੰਸੀ। ਦੁਨੀਆ ਦੀ ਸਿਫਤੋ ਸਲਾਹ ਤਿਆਗ ਦੇ, ਲੋਕਾਂ ਦੀ ਸਿਫਤੋ ਸਲਾਹ ਕਰਨੀ ਛੱਡ। ਸਿਫਤ ਸਲਾਹ ਕਰਨੀ ਹੈ ਤੇ ਉਹਦੀ ਕਰ ਜਿਸ ਨੇ ਤੇਰੇ ਨਾਲ ਨਿਭਣਾ ਹੈ, ਜਿਸ ਨੇ ਮਾਤ ਗਰਭ ਦੇ ਅੰਦਰ ਤੇਰੀ ਰੱਖਿਆ ਕੀਤੀ, ਇਸ ਮਾਤ ਲੋਕ ਦੇ ਅੰਦਰ ਵੀ ਜਿਸ ਨੇ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾਉਣਾ ਹੈ, ਤ੍ਰਿਸ਼ਨਾ ਦੀ ਅਗਨ ਤੋਂ ਬਚਾਉਣਾ ਹੈ, ਉਹਦੀ ਸਿਫਤੋ ਸਲਾਹ ਕਰ, ਉਹਦੇ ਗੁਣ ਗਾ। ਜਦੋਂ ਮਨੁੱਖ ਮਾਲਕ ਦੀ ਸਿਫਤ ਕਰਦਾ ਹੈ ਨਾ, ਫਿਰ ਉਹਦਾ ਰੂਪ ਹੋ ਜਾਂਦਾ। ਜਿਸ ਤਰ੍ਹਾਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਨਾ, ਜਦੋਂ ਇਸ ਤਪਦੀ ਹੋਈ ਲੁਕਾਈ ਨੂੰ ਬਾਬਾ ਦੇਖਿਆ ਧਿਆਨ ਧਰ, ਜਦੋਂ ਧਿਆਨ ਧਰ ਕੇ ਵੇਖਿਆ, ਸਾਰੀ ਪ੍ਰਿਥਵੀ ਜਲਦੀ ਹੋਈ ਨਜ਼ਰ ਆਈ। ਚੜ੍ਹਿਆ ਸੋਧਨ ਧਰਤ ਲੁਕਾਈ। ਧਰਤੀ ਨੂੰ ਉਠਾਰਨ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦਾਸੀਆਂ ਕੀਤੀਆਂ, ਪ੍ਰਚਾਰਕ ਫੇਰੀਆਂ ਕੀਤੀਆਂ, ਜਿਨ੍ਹਾਂ ਦੀ ਗਿਣਤੀ ਅਸੀਂ 4 ਕਰਦੇ ਹਾਂ। ਉਹਨਾਂ ਵਿੱਚ ਜਦੋਂ ਤੀਜੀ ਉਦਾਸੀ ਦੇ ਸਮੇਂ, ਤੀਜੀ ਪ੍ਰਚਾਰਕ ਫੇਰੀ ਦੇ ਸਮੇਂ, ਪ੍ਰਚਾਰ ਦੀ ਫੇਰੀ ਸਮੇਂ ਗੁਜਰਾਤ ਦੇ ਡੀਂਗੇ ਨਗਰ ਵਿੱਚ ਪਹੁੰਚਦੇ ਨੇ, ਕੀ ਵੇਖਦੇ ਨੇ? ਬੜਾ ਭਾਰੀ ਇਕੱਠ ਹੈ, ਢੋਲ ਵੱਜ ਰਿਹਾ, ਲੋਕ ਥਾਲਾਂ ਵਿੱਚ ਕੀਮਤੀ ਭੇਟਾਵਾਂ ਲੈ ਕੇ ਖੜੇ ਹੋਏ ਨੇ ਤੇ ਕਿਸੇ ਦੀ ਜੈ ਜੈਕਾਰ ਕਰ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨਗਰ ਵਿੱਚ ਪ੍ਰਵੇਸ਼ ਕਰਦੇ ਨੇ, ਕੀ ਵੇਖਦੇ ਨੇ? ਕਿ ਨਗਰ ਦੇ ਲੋਕ
ਬਹੁਤ ਸਾਰੇ ਇਕੱਠੇ ਹੋਏ ਨੇ, ਢੋਲ ਵੱਜ ਰਹੇ ਨੇ, ਉਹਨਾਂ ਨੇ ਹੱਥਾਂ ਵਿੱਚ ਥਾਲ ਫੜੇ ਹੋਏ ਨੇ, ਕੀਮਤੀ ਭੇਟਾਵਾਂ ਲੈ ਕੇ ਖੜੇ ਹੋਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਮਰਦਾਨਿਆਂ ਇਹ ਕੀ ਹੋ ਰਿਹਾ, ਸਾਨੂੰ ਸਮਝ ਨਹੀਂ, ਆਪਣੇ ਸਵਾਗਤ ਵਾਸਤੇ ਖੜੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਆਪਾਂ ਨੂੰ ਇੱਥੇ ਜਾਣਦਾ ਕੌਣ ਹੈ? ਇਹਨਾਂ ਨੇ ਸਾਡਾ ਸਵਾਗਤ ਕਰਨਾ ਸੀ। ਕਹਿਣ ਲੱਗੇ, ਪੁੱਛੀਏ ਫਿਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਮਨੁੱਖਾਂ ਨੂੰ ਪੁੱਛਿਆ ਵੀ ਬੜੇ ਢੋਲ ਵੱਜ ਰਹੇ ਨੇ, ਬੜੀਆਂ ਤੁਸੀਂ ਭੇਟਾਵਾਂ ਲੈ ਕੇ ਖੜੇ ਹੋ, ਕੀ ਕਾਰਨ ਕੀ ਹੈ? ਤੇ ਉਹਨਾਂ ਨੇ ਦੱਸਣਾ ਕੀਤਾ ਕਿ 40 ਦਿਨ ਹੋ ਗਏ, ਅੱਜ ਤੋਂ 40 ਦਿਨ ਪਹਿਲਾਂ ਇੱਕ ਮਹਾਤਮਾ ਜੀ ਜਿਹੜੇ ਭੋਰੇ ਵਿੱਚ ਬੈਠੇ, ਉਹਨਾਂ ਬਹੁਤ ਥੋੜਾ ਅਨਾਜ ਲਿਆ, ਥੋੜੇ ਜਿਹੇ ਇੱਕ ਕੁੱਜੀ ਵਿੱਚ ਜਲ ਲਿਆ, 40 ਦਿਨ ਉਹਦੇ ਨਾਲ ਹੀ ਬਤੀਤ ਕਰ ਦਿੱਤੇ। ਭੁੱਖੇ ਭਾਣੇ ਰਹਿ ਕੇ ਉਹ ਭਗਤੀ ਪੇ ਕਰਦੇ ਨੇ। ਇਸ ਕਰਕੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਦੋਂ ਉਹਨਾਂ ਦੇ ਦੀਦਾਰ ਹੋਣਗੇ। ਇਸ ਲਈ ਅਸੀਂ ਉਹਨਾਂ ਦੀ ਸਿਫਤੋ ਸਲਾਹ ਪੈ ਕਰਦੇ, ਉਹਨਾਂ ਦੀ ਉਸਤਤ ਕਰਦੇ। ਢੋਲ ਵੱਜ ਰਹੇ ਨੇ, ਜਕਾਰਿਆਂ ਨਾਲ ਅਸਮਾਨ ਗੂੰਜ ਰਿਹਾ, ਉਸ ਮਹਾਤਮਾ ਦੀ ਜੈ ਜੈਕਾਰ ਕਰ ਰਹੇ ਨੇ। ਤੇ ਸਤਿਗੁਰੂ ਕਹਿਣ ਲੱਗੇ, ਸੱਚੀ ਉਹਨੇ ਕੁਝ ਨਹੀਂ ਖਾਧਾ? ਕਹਿਣ ਲੱਗੇ, ਅਸੀਂ ਆਪ ਦੇਖਿਆ, ਥੋੜਾ ਜਿਹਾ ਅਨਾਜ ਲਿਆ ਉਹਨੇ, ਇੱਕ ਕੁੱਜੀ ਵਿੱਚ ਜਲ ਲਿਆ, 40 ਦਿਨ ਹੋ ਗਏ ਉਹਦੇ ਨਾਲ ਗੁਜ਼ਾਰਾ ਕੀਤਾ ਬਿਨਾਂ ਖੁਰਾਕ ਦੇ। ਅਸੀਂ ਇੱਕ ਦਿਨ ਖੁਰਾਕ ਨਾ ਮਿਲੇ ਸਾਡੀ ਬੁਰੀ ਹਾਲਤ ਹੋ ਜਾਂਦੀ ਹੈ। ਤੇ ਉਸ ਮਹਾਤਮਾ ਜੀ ਨੇ ਸਾਡੇ ਲਈ ਭੋਜਨ ਵੀ ਨਹੀਂ ਛਕਿਆ ਔਰ ਬੰਦਗੀ ਪੇ ਕਰਦੇ ਨੇ, ਔਰ ਬਿਲਕੁਲ 9/9 ਨੇ। ਸਤਿਗੁਰੂ ਕਹਿਣ ਲੱਗੇ, ਇਹ ਨਹੀਂ ਹੋ ਸਕਦਾ। ਮਨੁੱਖ ਨੂੰ ਖੁਰਾਕ ਨਾ ਮਿਲੇ, ਮਨੁੱਖ ਬੇਹੋਸ਼ ਹੋ ਜਾਂਦਾ, ਮਰ ਜਾਂਦਾ। ਇਹ ਕਿਵੇਂ ਹੋ ਸਕਦਾ? ਇੰਨੇ ਦਿਨ ਭੋਜਨ ਨਹੀਂ ਛਕਿਆ, ਇਹਨੂੰ ਕੋਈ ਨਾ ਕੋਈ ਖੁਰਾਕ ਮਿਲਦੀ ਹੈ। ਉਹ ਕਹਿਣ ਲੱਗੇ, ਜੀ ਅਸੀਂ ਅੱਖੀਂ ਵੇਖਿਆ। ਇਹ ਮਹਾਤਮਾ ਜੀ, ਇਹਨਾਂ ਮਹਾਤਮਾ ਨੂੰ ਅਸੀਂ ਅੱਖੀਂ ਵੇਖਿਆ, ਬਹੁਤ ਥੋੜਾ ਜਿਹਾ ਅਨਾਜ ਇਹਨਾਂ ਨੇ ਲਿਆ, ਕੁੱਜੀ ਵਿੱਚ ਪਾਣੀ ਲਿਆ, ਉਦੋਂ ਬਾਅਦ ਇਹਨਾਂ ਨੇ ਕੁਝ ਨਹੀਂ ਲਿਆ। ਅਸੀਂ ਆਪ ਗੁਫਾ ਦੇ ਅੰਦਰ ਦੇਖਿਆ, ਹੋਰ ਕੁਝ ਵੀ ਨਹੀਂ ਸੀ। ਗੁਫਾ ਦੇ ਅੰਦਰ ਹੀ ਕੁਝ ਸੀ, ਥੋੜਾ ਜਿਹਾ ਅਨਾਜ, ਮੁੱਠੀ ਭਰ ਚਾਵਲ, ਥੋੜਾ ਜਿਹਾ ਕੁੱਜੇ ਵਿੱਚ ਪਾਣੀ ਸੀ, ਹੋਰ ਕੁਝ ਵੀ ਨਹੀਂ ਸੀ। ਅਸੀਂ ਆਪ ਅੱਖੀਂ ਤਸੱਲੀ ਕਰਕੇ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਜਿਹੜੀ ਖੁਰਾਕ ਦੀ ਗੱਲ ਮੈਂ ਕਰ ਰਿਹਾ, ਉਹ ਖੁਰਾਕ ਤੁਹਾਨੂੰ ਨਜ਼ਰ ਨਹੀਂ ਆ ਰਹੀ। ਜਿਹੜੀ ਖੁਰਾਕ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਹਾਂ ਉਹ ਥੋੜੀ ਹੋਏਗੀ, ਪਰ ਇਹਨੂੰ ਉਹ ਇਸ ਗੁਫਾ ਵਿੱਚ ਨਹੀਂ, ਉਹ ਇਹਦੇ ਹਿਰਦੇ ਰੂਪੀ ਘਰ ਦੇ ਵਿੱਚ ਖੁਰਾਕ ਪਈ ਹੈ। ਕਹਿਣ ਲੱਗੇ, ਉਹ ਕਿਸ ਤਰ੍ਹਾਂ? ਗੱਲ ਸਮਝ ਨਹੀਂ ਆਈ। ਕਹਿਣ ਲੱਗੇ, ਵੇਖੋ, ਉਸ ਨੂੰ ਵੇਖਣ ਲਈ ਸਾਨੂੰ ਨੇਤਰ ਵੀ ਉਸ ਤਰ੍ਹਾਂ ਦੇ ਚਾਹੀਦੇ ਨੇ, ਸਾਨੂੰ ਗੁਰਮਤਿ ਦੀ ਐਨਕ ਚਾਹੀਦੀ ਹੈ, ਗੁਰਮਤਿ ਦੀ ਸੋਝੀ ਚਾਹੀਦੀ ਹੈ, ਤਾਂ ਸਾਨੂੰ ਉਹ ਖੁਰਾਕ ਨਜ਼ਰ ਆਏਗੀ। ਇਹ ਖੁਰਾਕ ਕੋਈ ਸ਼ੱਕ ਦਾ। ਕਹਿਣ ਲੱਗੇ, ਅਸੀਂ ਕਿਵੇਂ ਯਕੀਨ ਕਰੀਏ? ਸੁਭਾਵਕ ਹੈ ਨਾ, ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ, ਅਸੀਂ ਕਹਿੰਦੇ ਅਸੀਂ ਕਿਵੇਂ ਯਕੀਨ ਕਰੀਏ? ਸਾਬਤ ਕਰੋ ਬਈ। ਕਹਿਣ ਲੱਗੇ, ਯਕੀਨ ਤੁਹਾਨੂੰ ਕਰਨਾ ਪਏਗਾ। ਕਹਿਣ ਲੱਗੇ, ਦੱਸੋ ਫਿਰ ਕੀ ਕੀਤਾ ਜਾ ਸਕਦਾ, ਤੁਸੀਂ ਇਹਨੂੰ ਸਿੱਧ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਤੁਹਾਨੂੰ ਇੱਕ ਕੰਮ ਕਰਨਾ ਪਏਗਾ, ਮੇਰੀ ਗੱਲ ਮੰਨਣੀ ਪਏਗੀ। ਸਾਰੇ ਮੋਤਬਾਰ ਲੋਕ ਕਹਿਣ ਲੱਗੇ, ਹਾਂ ਜੀ ਤੁਸੀਂ ਦੱਸੋ, ਹੁਕਮ ਕਰੋ ਤੁਸੀਂ। ਕਹਿਣ ਲੱਗੇ, ਇੱਕ ਢੋਲ ਵਜਾਣਾ ਬੰਦ ਕਰ ਦਿਓ, ਜਿਹੜੀ ਉਹਦੀ ਜੈ ਜੈਕਾਰ ਕਰ ਰਹੇ ਹੋ, ਇਹ ਸ਼ੋਰ ਮਚਾਉਣਾ ਬੰਦ ਕਰ ਦਿਓ। ਤੁਸੀਂ ਦਰਸ਼ਨਾਂ ਲਈ ਭੀੜ ਲਾ ਕੇ ਲਾਈਨਾਂ 'ਚ ਲੱਗ ਕੇ ਖੜੇ ਹੋ, ਸਾਰੇ ਆਪੋ ਆਪਣੇ ਘਰ ਹੀ ਚਲੇ ਜਾਓ। ਉਸ ਤੋਂ ਬਾਅਦ ਤੁਸੀਂ ਆਪ ਦੇਖੋਗੇ, ਥੋੜੇ ਸਮੇਂ ਲਈ ਮੇਰੀ ਗੱਲ ਮੰਨ ਕੇ ਦੇਖ ਲਓ। ਮੋਤਬਾਰ ਲੋਕਾਂ ਨੇ ਜਦੋਂ ਇਹ ਗੱਲ ਸੁਣੀ, ਉਹਨਾਂ ਨੇ ਕਿਹਾ, ਠੀਕ ਹੈ ਜੀ। ਢੋਲ ਵਜਾਉਣਾ ਬੰਦ ਕਰ ਦਿੱਤਾ, ਭੇਟਾਵਾਂ ਲੈ ਕੇ ਲੋਕ ਆਪਣੇ ਘਰਾਂ ਨੂੰ ਚਲੇ ਗਏ। ਥੋੜਾ ਸਮਾਂ ਹੋਇਆ, ਜਦੋਂ ਗੁਫਾ ਦੇ ਵਿੱਚ ਢੋਲ ਦੀ ਆਵਾਜ਼ ਨਾ ਸੁਣਾਈ ਦਿੱਤੀ, ਆਪਣੇ ਜਕਾਰੇ ਆਪਣੀ ਉਸਤਤ ਹੁੰਦਿਆਂ ਨਾ ਸੁਣੀ, ਹਿਰਦਾ ਤੜਫ ਉੱਠਿਆ ਵੀ ਹੋਇਆ ਕੀ? ਕਿਉਂ ਨਾ ਗੁਫਾ ਦੇ ਬਾਹਰ ਜਾ ਕੇ ਦੇਖਾਂ ਕੀ ਕਾਰਨ ਕੀ ਹੋਇਆ।
ਜਦੋਂ ਗੁਫਾ ਦੇ ਬਾਹਰ ਆ ਕੇ ਦੇਖਿਆ, ਨਾ ਕੋਈ ਦਰਸ਼ਨ ਦੀਦਾਰ ਲਈ ਖੜਾ ਹੈ, ਨਾ ਕੋਈ ਜਕਾਰੇ ਪਿਆ ਲਾਉਂਦਾ ਹੈ, ਨਾ ਕੋਈ ਉਸਤਤ ਪਿਆ ਕਰਦਾ ਹੈ, ਨਾ ਕੋਈ ਪਟਾਵਾਂ ਲੈ ਕੇ ਖੜਾ ਹੈ, ਨਾ ਕੋਈ ਢੋਲ ਪਿਆ ਵਜਾਉਂਦਾ ਹੈ। ਜਦੋਂ ਬਾਹਰ ਦੇਖਿਆ ਆ ਕੇ, ਆਉਂਦੇ ਹੀ ਬੇਹੋਸ਼ ਹੋ ਗਿਆ। ਸਤਿਗੁਰੂ ਨੇ ਫੇਰ ਆਵਾਜ਼ ਮਾਰੀ ਵੀ ਆ ਜਾਓ। ਉਹ ਇਕੱਠੇ ਸਾਰੇ, ਫਿਰ ਸਾਰੇ ਇਕੱਠੇ ਹੋਏ, ਢੋਲ ਵੱਜਣ ਲੱਗਾ, ਫਿਰ ਲੋਕ ਉਸਤਤ ਕਰਨ ਲੱਗੇ। ਮਹਾਤਮਾ ਜੀ ਫਿਰ ਉੱਠ ਖੜੇ ਹੋਏ। ਜਦੋਂ ਇਹ ਸਭ ਦੇਖਿਆ ਤੇ ਉਹ ਮਹਾਤਮਾ ਬੜਾ ਗੁੱਸੇ ਹੋਇਆ, ਬਈ ਤੁਸੀਂ ਇਹ ਮੇਰੇ ਨਾਲ ਕੀ ਕੀਤਾ। ਬੜਾ ਕ੍ਰੋਧਿਤ ਹੋਇਆ। ਨਗਰ ਦੇ ਲੋਕਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ, ਵੇਖੋ ਇਹਦੀ ਖੁਰਾਕ ਇਹ ਸੀ, ਆਪਣੀ ਉਸਤਤ, ਆਪਣੀ ਹਉਮੈ। ਇਹ ਖੁਰਾਕ ਇਹਨੂੰ ਮਿਲ ਰਹੀ ਸੀ, ਜਿੰਨਾ ਚਿਰ ਮਿਲ ਰਹੀ ਸੀ ਬਿਲਕੁਲ ਤੰਦਰੁਸਤ ਸੀ। ਜਦੋਂ ਇਹਨੂੰ ਖੁਰਾਕ ਮਿਲਣੀ ਬੰਦ ਹੋ ਗਈ, ਬੇਹੋਸ਼ ਹੋ ਗਿਆ ਕਿ ਨਹੀਂ ਹੋ ਗਿਆ। ਤੁਸੀਂ ਖੁਰਾਕ ਦੁਬਾਰਾ ਦਿੱਤੀ, ਵੇਖੋ ਫਿਰ ਉਸੇ ਤਰ੍ਹਾਂ ਖੜਾ ਹੋ ਗਿਆ। ਇਹ ਰੱਬ ਦੀ ਉਸਤਤ ਨਹੀਂ ਕਰ ਰਿਹਾ, ਇਹ ਆਪਣੀ ਉਸਤਤ, ਆਪਣੀ ਵਡਿਆਈ ਵਿੱਚ ਸਭ ਕੁਝ ਕਰਦਾ ਪਿਆ। ਤੁਸੀਂ ਸੋਚ ਰਹੇ ਹੋ ਤੁਹਾਡੇ ਭਲੇ ਲਈ ਕਰਦਾ, ਨਹੀਂ, ਇਹ ਆਪਣੀ ਵਡਿਆਈ, ਆਪਣੀ ਉਸਤਤ ਲਈ। ਇਸ ਲਈ ਨਾਨਕ ਭਗਤਾਂ ਭੁੱਖ ਸਲਾਹਣ। ਭਗਤਾਂ ਦੀ ਬਿਰਤੀ ਕੀ ਹੁੰਦੀ ਹੈ? ਇਹ ਨਾਨਕ ਭਗਤਾਂ ਦੀ ਬਿਰਤੀ ਇਹ ਹੈ, ਨਾਨਕ ਭਗਤਾਂ ਭੁੱਖ ਸਲਾਹਣ। ਭਗਤਾਂ ਨੂੰ ਕਿਹੜੀ ਭੁੱਖ ਹੈ? ਮਾਲਕ ਦੀ ਸਿਫਤੋ ਸਲਾਹ ਦੀ, ਉਹਦੇ ਗੁਣ ਗਾਉਣ ਦੀ, ਉਹਦੀ ਬੰਦਗੀ ਕਰਨ ਦੀ, ਉਹਦੀ ਸਿਫਤੋ ਸਲਾਹ ਕਰਨ ਦੀ ਭੁੱਖ ਹੈ ਭਗਤਾਂ ਨੂੰ। ਕਿਉਂਕਿ ਸੱਚ ਨਾਮ ਆਧਾਰ, ਉਹਨਾਂ ਦੇ ਜੀਵਨ ਦਾ ਆਸਰਾ ਸੱਚ ਨਾਮ ਹੈ। ਆਪਣੀ ਵਡਿਆਈ, ਆਪਣੀ ਉਸਤਤ ਨਹੀਂ, ਕੇਵਲ ਭੋਜਨ ਉਹਨਾਂ ਦਾ ਆਧਾਰ ਨਹੀਂ, ਆਪਣੀ ਵਡਿਆਈ ਨਹੀਂ। ਇਸ ਲਈ ਸਦਾ ਆਨੰਦ ਰਹੇ ਦਿਨ ਰਾਤੀ। ਜਿਹੜੇ ਭਗਤ ਜਨ ਨੇ ਨਾ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਸਦਾ ਖੇੜੇ ਵਿੱਚ ਰਹਿੰਦੇ ਨੇ। ਉਹਨਾਂ ਦਾ ਹਿਰਦਾ ਕੌਲ ਫੁੱਲ ਖਿੜਿਆ ਰਹਿੰਦਾ, ਸਦਾ ਆਨੰਦ ਰਹੇ ਦਿਨ ਰਾਤੀ। ਫਿਰ ਉਹਨਾਂ ਦੀ ਬਿਰਤੀ ਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ? ਗੁਣਵੰਤਿਆਂ ਪਾਛਾਰ। ਉਹ ਗੁਣਵਾਨ ਲੋਕਾਂ ਦੇ ਪੈਰਾਂ ਦੀ ਧੂੜ, ਨਿਮਰਤਾ ਵਿੱਚ ਰਹਿੰਦੇ ਨੇ। ਭਾਵ ਉਹ ਗੁਣਵਾਨ ਲੋਕਾਂ ਨੂੰ ਨਮਸਕਾਰਾਂ ਕਰਦੇ ਨੇ, ਗੁਣਵਾਨ ਲੋਕਾਂ ਦੇ ਚਰਨਾਂ ਵਿੱਚ ਢਹਿ ਪੈਂਦੇ ਨੇ। ਇਹ ਹੈ ਭਗਤਾਂ ਦੀ ਬਿਰਤੀ। ਉਹਨਾਂ ਦੇ ਅੰਦਰ ਭੁੱਖ ਜਿਹੜੀ ਹੈ ਨਾ, ਸਿਫਤੋ ਸਲਾਹ ਦੀ ਹੈ। ਸਾਚੇ ਨਾਮ ਕੀ ਲਾਗੇ ਭੂਖ। ਅੰਦਰ ਉਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਕਿਉਂਕਿ ਉਹ ਸਮਝਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੇ ਭੂਖ। ਉਤ ਭੁੱਖੇ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਮ ਰਾਓ। ਸਾਚੇ ਨਾਮ ਕੀ ਦਿਲ ਵਡਿਆ। ਅਸੀਂ ਸਿਫਤੋ ਸਲਾਹ ਕਰਕੇ ਸੋਚੀਏ ਕਿ ਅਸੀਂ ਉਹਦਾ ਅੰਤ ਪਾ ਸਕਦੇ ਹਾਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਪਿਛਲੀ ਵਾਰੀ ਵੀ ਸ਼ਾਇਦ ਬੇਨਤੀ ਕਰਕੇ ਗਿਆ ਸਾਂ ਕਿ ਸਿਫਤ ਸਲਾਹ ਕਰਨ ਦੇ ਨਾਲ ਹੁੰਦਾ ਇਹ ਹੈ ਕਿ ਮਨੁੱਖ ਉਹਦੇ ਗੁਣ ਗਾਉਂਦਾ ਹੈ। ਉਸਤਤ ਕਰਨ ਦੀ ਹਦਾਇਤ ਕਿਉਂ ਹੈ? ਉਸਤਤ ਕਰਕੇ ਮਨੁੱਖ ਉਸਤਤ ਕਰਨ ਵਾਲੇ ਦਾ ਰੂਪ ਹੋ ਜਾਂਦਾ, ਉਹਦੇ ਵਿੱਚ ਹੀ ਸਮਾ ਜਾਂਦਾ। ਗੁਣ ਕਹਿ ਗੁਣੀ ਸਮਾਵਣਿਆ। ਜਿਹਦੇ ਗੁਣ ਗਾਉਂਦਾ, ਗੁਣ ਕਹਿ ਕੇ ਉਹ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਵਿੱਚ ਹੀ ਸਮਾ ਜਾਂਦਾ। ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣ ਗਾ ਕੇ ਉਹਦੇ ਵਿੱਚ ਹੀ ਸਮਾ ਜਾਂਦਾ। ਇਸ ਲਈ ਉਹਦੀ ਸਿਫਤ ਕੀਤਿਆਂ ਅੰਤ ਨਹੀਂ ਜੇ ਪੈਂਦਾ। ਤੁਸੀਂ 23ਵੀਂ ਪੌੜੀ ਪੜ੍ਹਦੇ ਹੋ ਜਦੋਂ ਜਪਜੀ ਸਾਹਿਬ ਜੀ ਦੀ, ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। 24ਵੀਂ ਪੌੜੀ ਦੇ ਅੰਦਰ ਕੀ ਸਮਝਾਇਆ? ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ। ਅਨੇਕਾਂ ਲੋਕ ਉਹਦਾ ਅੰਤ ਪਾਉਣ ਲਈ ਤੜਫ ਰਹੇ ਨੇ, ਬਿਲਕਦੇ ਨੇ ਅਸੀਂ ਅੰਤ ਪਾ ਲਈਏ। ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਅੰਤ ਨਾ ਅੰਤਾ ਸਦਾ ਬੇਅੰਤਾ। ਉਹਦਾ ਨਾ ਉਰਲਾ ਬੰਨਾ ਵੇਖਿਆ ਜਾ ਸਕਦਾ, ਨਾ ਪਰਲਾ ਬੰਨਾ। ਕਿਉਂਕਿ ਬਹੁਤਾ ਕਹੀਆ ਬਹੁਤਾ ਹੋਏ।
ਜਿੰਨਾ ਕੁ ਵੇਖਿਆ ਨਾ ਸੁਣ ਵੱਡਾ ਆਖਿਆ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਵੇਖੋਗੇ ਨਾ ਜਦੋਂ ਦੀਦਾਰ ਹੁੰਦੇ ਨੇ ਬੰਦਾ ਚੁੱਪ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਕਿਉਂਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਆ, ਕਿਉਂਕਿ ਉਹ ਹੋਰ ਵੱਡਾ ਨਜ਼ਰ ਆਉਂਦਾ। ਜਿੰਨਾ ਕੁ ਜਾਣਿਆ ਮਨੁੱਖ ਕਹਿੰਦਾ ਮੈਂ ਕੁਝ ਵੀ ਨਹੀਂ ਜਾਣਿਆ, ਕਿਉਂਕਿ ਸਿਫਤ ਕੀਤਿਆਂ ਉਹਦਾ ਅੰਤ ਨਹੀਂ ਜੇ ਪੈਂਦਾ। ਜਿਹੜਾ ਉਹਦੀ ਸਿਫਤ ਤੋਂ ਸਲਾਹ ਕਰਦਾ ਹੈ ਉਹਦੇ ਗੁਣ ਗਾ ਗਾ ਕੇ ਉਹਦੇ ਵਿੱਚ ਹੀ ਸਮਾ ਜਾਂਦਾ ਹੈ, ਉਹਦਾ ਰੂਪ ਹੋ ਜਾਂਦਾ ਹੈ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ ਵਾਲੀ ਅਵਸਥਾ ਹੋ ਜਾਂਦੀ ਹੈ। ਜਿਹਨੂੰ ਗੁਰੂ ਰਹਿਮਤ ਕਰਦਾ, ਜਿਉਂ ਪਾਨੀ ਸੰਗ ਪਾਣੀ ਦੀ ਤਰ੍ਹਾਂ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਇੱਕ ਰੂਪ ਹੋ ਜਾਂਦੇ ਨੇ, ਉਹਦੀ ਉਸਤਤ ਕਰਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ। ਇਸ ਲਈ ਉਹਦੀ ਸਿਫਤੋ ਸਲਾਹ ਕਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਦਿਨ ਰਾਤ ਉਹਦੀ ਸਿਫਤੋ ਸਲਾਹ ਕਰੋ, ਉਹਦੇ ਗੁਣ ਗਾਓ। ਜਦੋਂ ਉਹਦੇ ਗੁਣ ਗਾਓਗੇ ਹੋਏਗਾ ਕੀ? ਕਹਿਣ ਲੱਗੇ ਗੁਣ ਗਾ ਕੇ ਅੱਗੇ ਅਵਸਥਾਵਾਂ ਦੱਸੀਆਂ ਨੇ, ਇਹਨਾਂ ਦੀ ਪ੍ਰਾਪਤੀ ਹੋਏਗੀ। ਪਰ ਇੱਕ ਸ਼ਰਤ ਹੈ, ਜੇ ਉਹਦੀ ਉਸਤਤ ਕਰਨੀ ਹੈ ਨਾ, ਉਹਦੀ ਸਿਫਤੋ ਸਲਾਹ ਕਰਨੀ ਹੈ, ਤੇ ਕਰਨੀ ਕਿੱਦਾਂ? ਕਹਿਣ ਲੱਗੇ ਸਾਵਧਾਨ ਇਕਾਗਰ ਚੀਤ, ਇਕਾਗਰ ਹੋ ਕੇ, ਇਕਾਗਰ ਚਿੱਤ ਹੋਣਾ ਪਏਗਾ। ਲੋਕ ਆਪਣੇ ਮਨ ਨੂੰ ਇਕਾਗਰ ਕਰਨ ਲਈ, ਆਪਣੇ ਆਪ ਨੂੰ ਸਥਿਰ ਕਰਨ ਲਈ, ਮਨ ਨੂੰ ਸਥਿਰ ਕਰਨ ਲਈ ਲੋਕ ਜੰਗਲਾਂ ਬਿਆਬਾਨਾਂ ਵਿੱਚ ਭਟਕੇ, ਸਾਧਨਾਵਾਂ ਕੀਤੀਆਂ, ਪਰ ਉਹਨਾਂ ਦੇ ਮਨ ਵਸ ਵਿੱਚ ਨਹੀਂ ਜਾਇਆ। ਮਨ ਸਥਿਰ ਨਹੀਂ ਹੋ ਸਕਿਆ, ਧਿਆਨ ਨਹੀਂ ਟਿਕ ਸਕਿਆ। ਇਕਾਗਰ ਚੀਜ਼ ਦਾ ਭਾਵ ਹੈ ਇੱਕ ਏਮ ਮਿਥਨਾ, ਇੱਕ ਨਿਸ਼ਾਨੇ ਤੇ ਧਿਆਨ ਲਾਉਣਾ। ਜਦੋਂ ਉਹਦੀ ਸਿਫਤੋ ਸਲਾਹ ਕਰਨੀ ਹੈ, ਸ਼ਰਤ ਇਹ ਹੈ ਕਿ ਇਕਾਗਰ ਚਿੱਤ ਹੋਣਾ ਪਏਗਾ। ਇਕਾਗਰ ਚਿੱਤ ਕਿਸ ਤਰ੍ਹਾਂ ਦਾ ਹੋਣਾ? ਜੇ ਅਸੀਂ ਸੋਚੀਏ ਸਭ ਕੁਝ ਛੱਡ ਕੇ ਬੰਦਗੀ ਕਰਨ ਲੱਗ ਜਾਣਾ, ਉਹ ਧਿਆਨ ਲਾਉਣਾ ਉਹ ਵੀ ਨਹੀਂ। ਸਭ ਤੋਂ ਪਹਿਲਾਂ ਵੇਖੋ ਚੌਂਕੜਾ ਤੇ ਤੁਹਾਨੂੰ ਲਾਉਣਾ ਪਏਗਾ। ਤੁਹਾਨੂੰ ਆਪਣੇ ਆਪ ਨੂੰ ਸਮਾਂ ਦੇਣਾ ਪਏਗਾ। ਜਦੋਂ ਤੁਸੀਂ ਇਸ ਅਵਸਥਾ ਤੇ ਪਹੁੰਚ ਜਾਓਗੇ, ਜਦੋਂ ਸੁਰਤ ਉਹਦੇ ਨਾਲ ਜੁੜ ਜਾਏਗੀ, ਫਿਰ ਤੁਸੀਂ ਜੋ ਮਰਜ਼ੀ ਕਰਦੇ ਰਹੋ, ਤੁਹਾਡੀ ਸੁਰਤ ਨੂੰ ਕੋਈ ਨਹੀਂ ਤੋੜ ਸਕਦਾ। ਕੰਮਕਾਰ ਕਰਦੇ ਹਾਂ, ਕੰਮਕਾਰ ਹੀ ਕਰ ਰਹੇ ਸਨ ਨਾ ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਨੇ ਵੇਖ ਕੇ। ਕਿਉਂਕਿ ਜਦੋਂ ਮਨੁੱਖ ਕਿਸੇ ਬਾਰੇ ਵਡਿਆਈ ਸੁਣਦਾ ਨਾ, ਉਹ ਸੋਚਦਾ ਕਿ ਉਹ ਤੇ ਬੰਦਗੀ ਕੇ ਹੱਥ ਵਿੱਚ ਮਾਲਾ ਪਕੜੀ ਹੋਏਗੀ ਤੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਪਿਆ ਕਰਦਾ ਹੋਏਗਾ, ਹੱਥ ਵਿੱਚ ਤਸਬੀਹ ਹੋਏਗੀ, ਸਾਦੇ ਜਿਹੜੇ ਸਾਧਾਂ ਵਾਲੇ ਲਿਬਾਸ ਪਾਏ ਹੋਣਗੇ। ਭਗਤ ਨਾਮਦੇਵ ਜੀ ਨੂੰ ਜਦੋਂ ਭਗਤ ਤਰਲੋਚਨ ਜੀ ਮਿਲਣ ਗਏ ਤੇ ਕਹਿਣ ਲੱਗੇ, ਇਹ ਨਾਮਦੇਵ ਮੈਨੂੰ ਲੱਗਦਾ, ਕਿਉਂਕਿ ਉਹ ਅੰਬਰੇ ਪੇ ਛਾਪਦੇ ਸਨ, ਤੇ ਕਹਿਣ ਲੱਗੇ ਇਹ ਨਾਮਦੇਵ ਜੀ ਮੈਨੂੰ ਲੱਗਦਾ ਤੁਹਾਨੂੰ ਮਾਇਆ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅਸੀਂ ਵੀ ਸਹਿਜ ਸੁਭਾਏ ਜਿੰਨੇ ਵੀ ਆਪਾਂ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਹਾਂ, ਕਈ ਵਾਰੀ ਆਪਣੇ ਸਾਥੀ ਨੂੰ ਮਿਲਣ ਜਾਈਏ ਕਹਿ ਦਿੰਦੇ ਹਾਂ ਨਾ, ਬੜਾ ਮਾਇਆ ਵਿੱਚ ਵਿਅਸਤ ਹੋ ਗਿਆ ਬਈ, ਤੈਨੂੰ ਮਾਇਆ ਨੇ ਆਪਣੇ ਵਿੱਚ ਲਿਪਤ ਕਰ ਹੀ ਲਿਆ ਨਾ, ਕਹਿ ਦਿੰਦੇ ਹਾਂ ਨਾ। ਭਗਤ ਤਰਲੋਚਨ ਜੀ ਕਹਿਣ ਲੱਗੇ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ। ਮਿੱਤਰ ਤਰਲੋਚਨ ਇਹ ਗੱਲ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ, ਜੋ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਅੰਦਰ ਦਰਜ ਕੀਤਾ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਐ ਨਾਮਦੇਵ ਜੀ ਤੁਸੀਂ ਤੇ ਮਾਇਆ ਵਿੱਚ ਪ੍ਰਵਿਰਤ ਹੋ ਗਏ ਹੋ, ਤੁਹਾਡੇ ਤੇ ਮਾਇਆ ਦਾ ਪ੍ਰਭਾਵ ਪੈ ਗਿਆ। ਤੁਸੀਂ ਕੰਮ ਵੀ ਕੰਮ ਕਰੀ ਜਾਂਦੇ ਹੋ, ਕੰਮ ਹੀ ਕੰਮ ਕਰੀ ਜਾਂਦੇ ਹੋ, ਰੱਬ ਨਾਲ ਚਿੱਤ ਕਿਉਂ ਨਹੀਂ ਜੋੜਦੇ? ਭਗਤ ਨਾਮਦੇਵ ਜੀ ਮੁਸਕਰਾ ਪਏ, ਕਹਿਣ ਲੱਗੇ ਭਗਤ ਤਰਲੋਚਨ ਜੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ। ਕਹਿਣ ਲੱਗੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਦੋਂ ਇਹ ਗੱਲ ਕਹੀ ਨਾ, ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਭਗਤ ਤਰਲੋਚਨ ਜੀ ਕਹਿਣ ਲੱਗੇ ਭਗਤ ਨਾਮਦੇਵ ਜੀ ਨੂੰ ਮੈਨੂੰ ਗੱਲ ਸਮਝ ਨਹੀਂ ਆਈ, ਗੱਲ ਮਨ ਨੂੰ ਫੱਬੀ ਨਹੀਂ। ਕਹਿਣ ਲੱਗੇ ਮੈਨੂੰ ਸਮਝਾਓ, ਸਹੀ ਢੰਗ ਨਾਲ ਸਮਝਾਓ।
एक होर पावन शब्द जो रामकली राग के अंदर धन गुरु ग्रंथ साहब महाराज जी दर्ज है, वो की है? भगत नामदेव जी कहन लगे, ऐ भगत त्रिलोचन जी, जेड़ा मेरा मन है ना, मन मेरा मन मन राम नामा बेदी हले, मेरा जेड़ा मन है ना वो परमात्मा नाल जुड़ गया, अभेद हो गया, ਉਹਦੇ नाम विच विझ गया, गिज गया। इसलिए उदाहरण दी, 5 उदाहरण दित्तियां ना ਇਹਦੇ ਵਿੱਚ। जैसे कनक काल, जैसे कनक कला चित मांडियले रहाओ। कनक कहते ने सोने नूं, कला कहते ने जिहड़ा उहनूं बनाउण वाला, ढालण वाला, उहनूं रूप देण वाला, उहनूं आकार देण वाला सुनियार। कहण लगे जिस तरह एक सोने नूं घड़न वाला ਉਹਦਾ कलाकार, कनिक कला ਜਿਹੜਾ सोने ਨੂੰ रंगत ਦਿੰਦਾ, सोने ਨੂੰ ਨਿਖਾਰਦਾ, ਉਹਨੂੰ ਆਕਾਰ ਦਿੰਦਾ। ਕਹਿਣ ਲੱਗੇ ਉਹ ਕਾਰੀਗਰ, ਉਹ ਸੁਨਿਆਰ ਜਦੋਂ सोने ਨੂੰ ਆਕਾਰ ਦਿੰਦਾ, ਆਏ ਹੋਏ ਦੁਕਾਨ ਤੇ ਗਾਹਕਾਂ ਦੇ ਨਾਲ ਗੱਲਬਾਤ ਵੀ ਕਰਦਾ, ਉਹਨਾਂ ਨਾਲ ਵਿਚਾਰ ਚਰਚਾ ਵੀ ਕਰਦਾ, ਕਿਤੇ ਮੁੱਲ ਵੱਧ ਘੱਟ ਨਾ ਦੱਸਿਆ ਜਾਏ, ਗਾਹਕ ਚਲਾ ਨਾ ਜਾਏ। ਔਰ ਇਹ ਵੀ ਧਿਆਨ ਰੱਖਦਾ ਕਿਤੇ ਆਕਾਰ ਵਿੱਚ ਕੋਈ ਫਰਕ ਨਾ ਪੈ ਜਾਏ, डिजाइन ਵਿੱਚ फर्क ना पै जाए, ये भी ध्यान रखता। कह लगे इस तरह मैं हत्थां नाल काम पिया करदा पर चित्त मेरा निरंकार नाल जुड़िया होया। एक होर उदाहरण दी, फिर दूसरी उदाहरण दी। भगत नामदेव जी कह लगे सुनो त्रिलोचन जी, आ नीले कागद काटी ले गुडी आकाश मध्य भरमी हले। अज तो पतंगा बनिया बनाइया मिल जांदियां ना, गुडी कहंदे पतंग नूं। पिंडां दे जिहड़े रहण वाले ने ना, अज वो भी भावें बनिया बनाइया खरीद रहे। पहलां की हुंदा सी, कागज लैके पतंगा बनाउंदे सन खुद, फिर उड़ाउंदे सन। आ नीले कागज काटी ले गुड्डी, कोई बच्चा कागज लियाउंदा है, कट के उहदी पतंग बनाउंदा है, गुड्डी बनाउंदा है, आकाश विच डोरी पा के उड़ाउंदा है। पंच जना से बात बताऊगा, अपने साथियों नाल गल्लां बातां भी करदा ना, पर ध्यान उहदा डोरी विच रहिंदा, किते इस डोरी नूं कोई कट ना जाए, मेरी गुड्डी नूं, मेरी पतंग नूं कोई कट ना जाए। ध्यान जिहड़ा उधर रहिंदा। पंच जना से बात बताऊगा, अपने साथियों नाल गल्लां बातां करदा, पर ध्यान उहदा डोरी विच रहिंदा, कोई कट ना दवे। फिर तीसरी उदाहरण दी, समझाउण दी भगत त्रिलोचन जी नूं। कहण लगे वेखो, आ नीले कुंभ भराईले उदक राजकुआर पुरंदरीए। कहण लगे पहला पानी का प्रबंध नहीं सी ना इस तरह जिन्ना अज असीं प्रबंध कर लिया, असीं तो बहुत नज़दीक कर लिया पानी दे, सानूं तो 2 कदम चलना औखा लगता। हुण पानी कोल ही पहुँच जाता, कोल ही पानी आ गया। पहला पानी लैण लई एक थां तो दूसरे थां ते बड़ी दूर भटकना पैंदा सी। वो गागरां भर के लियाउंदे सन, फिर एक अद्धी गागर नाल नहीं सी सरदा। फिर नौजवान बच्चियां जिहड़ियां सन वो की करदियां सन, 2-2 3-3 4-4 गागरां लिजाउंदियां, लिजा के उन्होंने भर के लियाउंदियां। 2-2 3 अपने सिर दे उत्ते वो गोल इनू बना के रखना, ਉਹਦੇ ਉੱਤੇ 2-2 3-3 ਗਾਗਰਾਂ ਰੱਖਣੀਆਂ, एक ऐस कच मारनी, एक ऐस कच मारनी गले तो पकड़ के। और उन्होंने एक दूजी नाल हासे ठेठे करते आना, बातचीत करते आना, विचार करती, वो विचार करदियां होंदियां। हस्त विनोद विचार करती हैं, हसदियां खेड़दियां एक दूजे नाल मजाक करदियां होंदियां ने। पर यह तो नहीं ना होंदा जो आपस गल्लां बातां कर रही ने, मजाक कर रही ने, मजाल है किते उन्होंने गागर इंच भी हिल जाए। क्योंकि जिहड़ी सुरत है ना, सुरत गागरां वाल है। जे सिर ते गागरां ने जदों चलते ने हिलदियां तो है ना, गर्दन हिलदी है ना, इन्ना भार चुक्या। सुरत उहदे विच है, किते गागर इधर उधर सरक ना जाए, इहदा विचला पानी डुल ना जाए, मैं इन्नी मेहनत करके लियाउंदी है। ये उदाहरण दी। फिर उदाहरण दी, मंदिर एक दार 10 जाके गऊ चरावन छाड़ी ले।
ਇੱਕ ਘਰ ਹੋਵੇ, ਤੁਸੀਂ ਤੇ ਦਿੱਲੀ ਵਾਲਿਆਂ ਨੇ ਘੱਟ ਹੀ ਵੇਖਿਆ ਹੋਵੇਗਾ, ਅਸੀਂ ਪਿੰਡਾਂ ਵਿੱਚ ਜਦੋਂ ਪਸ਼ੂ ਰੱਖਦੇ ਆ ਨਾ, ਮੱਝਾਂ ਡੰਗਰ ਰੱਖਦੇ, ਉਹ ਬਰਾਂਡੇ ਦੇ ਕਈ ਪਿੱਲਰ ਜਿਹੜੇ ਹੁੰਦੇ ਨੇ ਨਾ, ਪਿੱਲਰ ਉਹ ਪਾ ਕੇ ਕਈ ਦਰਵਾਜ਼ੇ ਬਣੇ ਹੁੰਦੇ ਨੇ। ਕਹਿਣ ਲੱਗੇ ਜਿਸ ਤਰ੍ਹਾਂ ਇਹ ਸਰੀਰ ਰੂਪੀ ਮੰਦਰ ਹੈ, ਇਹਦੇ 10 ਦਰਵਾਜ਼ੇ ਨੇ। ਕਹਿਣ ਲੱਗੇ ਗਾਂ ਨੂੰ ਚਰਾਉਣ ਲਈ ਛੱਡੀਦਾ ਨਾ, 5 ਕੋਸ ਪਰ ਗਊ ਚਰਾਵਤ, ਚੀਜ਼ ਸੋ ਬਛੜਾ ਰਾਖੀ ਅੱਲਾ। ਚਿੱਤ ਜਿਹੜਾ ਨਾ ਗਾਂ ਦਾ ਬਛੜੇ ਵਿੱਚ ਰਹਿੰਦਾ, ਭਾਵੇਂ 5 ਕੋਹ ਤੇ ਚਲੀ ਜਾਂਦੀ ਹੈ, 7-8 ਕਿਲੋਮੀਟਰ ਦੂਰ ਚਲੀ ਜਾਏ ਘਰ ਤੋਂ, ਵਾੜੇ ਤੋਂ ਚਲੀ ਜਾਏ, ਪਰ ਧਿਆਨ ਜਿਹੜਾ ਉਹ ਬਛੜੇ ਵਿੱਚ ਰਹਿੰਦਾ। ਸਾਡੇ ਵੀ ਇਹ ਜਿੰਨੇ ਗਿਆਨ ਇੰਦਰੇ ਨੇ ਇਹ ਕਿਰਤ ਕਰਦੇ ਨੇ, ਪਰ ਸੁਰਤ ਜਿਹੜੀ ਹੈ, ਭਗਤ ਨਾਮਦੇਵ ਕਹਿਣ ਲੱਗੇ ਮੈਂ ਵੀ ਇੰਦਰੀਆਂ ਨਾਲ ਆਪਣੀ ਕਿਰਤ ਕਰਦਾ, ਆਪਣਾ ਕਿਆਰ ਵਿਹਾਰ ਕਰਦਾ, ਪਰ ਸੁਰਤ ਮੇਰੀ ਨਿਰੰਕਾਰ ਰਹਿੰਦੀ ਹੈ, ਨਿਰੰਕਾਰ ਨਾਲ ਜੁੜੀ ਰਹਿੰਦੀ ਹੈ। ਕਹਿਤ ਨਾਮਦੇਵ ਸੁਨਹੁ ਤਰਲੋਚਨ, ਬਾਲਕ ਪਾਲਨ ਪੌਂਡੀਅਲੇ, ਅੰਤਰ ਬਾਹਰ ਕਾਜ ਵਿਰੁੱਧੀ, ਚੀਤ ਸੋ ਬਾਰਿਕ ਰਾਖੀ ਅਲੇ। ਉਹ ਚਿੱਤ ਜਿਹੜਾ ਬੱਚੇ ਵਿੱਚ ਰੱਖਦੀ ਹੈ, ਅੰਦਰ ਬਾਹਰ ਭੱਜਦੀ ਹੈ ਨਾ, ਕਦੇ ਅੰਦਰ ਕਦੇ ਚੌਂਕੇ ਵਿੱਚ ਕਦੇ ਕਿਚਨ ਵਿੱਚ, ਸਾਰੇ ਕੰਮ ਕਰਦੀ ਹੈ, ਪਰ ਧਿਆਨ ਜਿਹੜੀ ਹੈ ਬੱਚਾ ਮਾੜਾ ਜਿਹਾ, ਬੱਚੇ ਦੀ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਨਾ, ਤੁਰੰਤ ਦੌੜ ਕੇ ਮਾਂ ਬੱਚੇ ਕੋਲ ਆਉਂਦੀ ਹੈ। ਅੰਦਰ ਬਾਹਰ ਕੰਮ ਕਰਦੀ ਰਹਿੰਦੀ ਹੈ, ਪਰ ਪੰਘੂੜੇ ਵਿੱਚ ਪੈ ਬੱਚੇ ਵੱਲ ਹੀ ਧਿਆਨ ਰਹਿੰਦਾ, ਸੁਰਤ ਉੱਧਰ ਹੀ ਰਹਿੰਦੀ ਹੈ। ਭਗਤ ਲੋਚਨ ਜੀ ਇਸੇ ਤਰ੍ਹਾਂ ਜਿੰਨੀਆਂ ਉਦਾਹਰਨਾਂ 5 ਤੁਹਾਨੂੰ ਦਿੱਤੀਆਂ ਨੇ, ਇਸੇ ਤਰ੍ਹਾਂ ਮੇਰਾ ਵੀ ਚਿੱਤ, ਕਿਉਂਕਿ ਜਦੋਂ ਕੰਮਕਾਰ ਕਰ ਰਹੇ ਨੇ ਵੇਖਿਆ ਹੋਏਗਾ ਨਾ, ਸਾਹਮਣੇ ਇੱਕ ਬੀਬੀ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ, ਝੂਲੇ ਵਿੱਚ ਪਾ ਕੇ ਤੇ ਆਪਣਾ ਕੰਮ ਪਿਆ ਕਰਦੀ ਹੋਏਗੀ, ਜਦੋਂ ਬੱਚਾ ਰੋਇਆ ਹੋਏਗਾ ਦੌੜ ਕੇ ਜਾਂਦੀ ਹੋਏਗੀ। ਭਗਤ ਨਾਮਦੇਵ ਜੀ ਕਹਿਣ ਲੱਗੇ ਇਸੇ ਤਰ੍ਹਾਂ ਇਹ ਤਰਲੋਚਨ ਜੀ, ਕਹਿਤ ਨਾਮਦੇਵ ਸੁਣੋ ਤਰਲੋਚਨ, ਇਹ ਭਗਤ ਲੋਚਨ ਜੀ ਸੁਣੋ, ਇਸ ਤਰੀਕੇ ਨਾਲ ਮੈਂ ਕੰਮਕਾਰ ਕਰਦਾ, ਪਰ ਮੇਰਾ ਚਿੱਤ ਜਿਹੜਾ ਉਹ ਨਿਰੰਕਾਰ ਨਾਲ ਜੁੜਿਆ। ਮੇਰੇ ਕੰਮ ਨੂੰ ਵੇਖ ਕੇ ਇਹ ਨਾ ਕਹੇ ਕਿ ਮੈਂ ਮਾਇਆ ਵਿੱਚ ਮੋਇਆ ਗਿਆ, ਨਾਮਾ ਮਾਇਆ ਮੋਇਆ, ਨਾਮਾ ਮਾਇਆ ਵਿੱਚ ਨਹੀਂ ਮੋਇਆ ਗਿਆ, ਆਪਣੀ ਸੱਚੀ ਕਿਰਤ ਕਮਾਈ ਪਿਆ ਕਰਦਾ, ਔਰ ਚਿੱਤ ਮੇਰਾ ਨਿਰੰਕਾਰ ਨਾਲ ਜੁੜਿਆ ਹੋਇਆ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ਹਿ ਦੇਖੈ ਪਤੀ ਆਏ। ਰੱਬ ਨੇ ਇਸ ਨਾਮ ਦੀ ਦਾਤ ਨੂੰ ਵੇਖ ਕੇ ਖੁਸ਼ ਹੋਣਾ, ਇਸ ਧਨ ਨੇ ਤੇ ਇੱਥੇ ਹੀ ਰਹਿ ਜਾਣਾ। ਜਿਹੜਾ ਇੱਥੇ ਅਸੀਂ ਦਿਨ ਰਾਤ ਦੌੜ ਭੱਜ ਕਰਦੇ ਹਾਂ, ਇਹਦੇ ਬਾਅਦ ਵਿੱਚ ਵੰਡੀਆਂ ਪੈਣੀਆਂ, ਤੇ ਵੰਡੀਆਂ ਪੈਂਦਿਆਂ ਵੀ ਕਲੇਸ਼ ਪੈਣਾ। ਇਹ ਕਲੇਸ਼ ਨਾਲ ਮਾਇਆ ਇਕੱਠੀ ਕੀਤੀ ਤੇ ਜਾਣ ਲੱਗਿਆਂ ਪਰਿਵਾਰ ਨੂੰ ਵੀ ਕਲੇਸ਼ ਹੀ ਦੇ ਕੇ ਜਾਣਾ। ਇਹ ਮਾਇਆ ਕਰਕੇ ਬੜੇ ਘਰ ਉਜੜਦੇ ਨੇ। ਜਾਣ ਵਾਲਾ ਇਕੱਠਾ ਕਰਕੇ ਸਭ ਕੁਝ ਛੱਡ ਕੇ ਚਲਾ ਜਾਂਦਾ, ਪਿੱਛੇ ਭਰਾਵਾਂ ਨੂੰ ਭਰਾਵਾਂ ਦਾ ਦੁਸ਼ਮਣ ਬਣਾ ਜਾਂਦਾ। ਨਾਲ ਲੈ ਕੇ ਗਿਆ ਕੁਝ, ਜਿੰਨੀ ਜ਼ਮੀਨ ਜਾਇਦਾਦ ਇੱਥੇ ਦੇ ਇੱਥੇ, ਕਿਸੇ ਨੇ ਕਿਸੇ ਕੋਲ ਪਹਿਲਾਂ 50 ਕਿੱਲੇ ਸੀ, ਉਹਨਾਂ 100 ਕਿੱਲਾ ਬਣਾ ਲਈ, ਕਿਸੇ ਦੀ ਇੱਕ ਫੈਕਟਰੀ ਸੀ 10 ਫੈਕਟਰੀਆਂ ਬਣਾ ਲਈਆਂ। ਲੱਗਿਆ ਇੰਚ ਜਗ੍ਹਾ ਨਾਲ ਕੁਝ ਨਹੀਂ ਨਾ ਲੈ ਕੇ ਗਿਆ। ਨਾਲ ਕੀ ਜਾਣਾ, ਇਹਾਂ ਖਾਟ ਚਲੋ ਹਰਲਾਹਾ, ਜਿਸ ਵਖਰ ਕੋ ਲੈਣ ਤੋਂ ਆਇਆ, ਆਰਾਮ ਨਾਮ ਸੰਤਨ ਕਰ ਪਾਇਆ। ਸਿੱਖ ਕੌਮ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਸਾਹਮਣੇ ਸੁਸ਼ੋਭਿਤ ਨੇ, ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਬਹੁਤ ਮਾਣ ਅਤੇ ਸਤਿਕਾਰ ਵਾਲੇ, ਬੜੀ ਮਿੱਠੀ ਆਵਾਜ਼ ਵਾਲੇ ਕੀਰਤਨੀਏ ਨੇ, ਜਿਨ੍ਹਾਂ ਉੱਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ, ਇਸ ਲਈ ਇਕਾਗਰ ਚਿੱਤ, ਸ਼ਰਤ ਹੈ ਇਕਾਗਰ ਚਿੱਤ ਹੋ ਕੇ ਉਹਦੇ ਗੁਣ ਗਾ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਉਹਦੇ ਜਿਹੜੇ ਗੁਣ ਗਾਉਂਦੇ ਆ ਨਾ, ਉਹ ਅਡੋਲਤਾ ਦੇਣ ਵਾਲੇ ਗੁਣ ਨੇ। ਇਹ ਬਾਣੀ ਅਡੋਲਤਾ ਦੇਣ ਵਾਲੀ ਹੈ, ਇਹ ਸੁੱਖਾਂ ਦਾ ਰਤਨ ਹੈ। ਇਹ ਬਾਣੀ ਜਿਹੜੀ ਰੋਜ਼ਾਨਾ ਅਸੀਂ ਇਹ ਪੜ੍ਹਦੇ ਹਾਂ। ਜਿਸ ਮਨ ਬਸੈ ਸੋ ਹੋਤ ਨਿਦਾਨ, ਜਿਸ ਦੇ ਮਨ ਵਿੱਚ, ਮਨ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਬਸੈ ਵਸ ਜਾਂਦਾ ਹੈ ਨਾਮ, ਸੋ ਹੋਤ, ਉਹ ਮਨੁੱਖ ਕੀ ਹੋ ਜਾਂਦਾ ਹੈ, ਹੋਤ ਨਿਧਾਨ, ਨਿਧਾਨ ਭਾਵ ਖਜ਼ਾਨਾ, ਉਹ ਖਜ਼ਾਨਾ ਬਣ ਜਾਂਦਾ ਹੈ। ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਹਰਾ ਭਇਓ ਗੁਣੀ ਗਹੀਰਾ। ਸਰਬ ਇੱਛਾ ਤਾਂ ਕਿ ਪੂਰਨ ਹੋਏ। ਉਹਦੀ ਇੱਛਾ, ਇਹ ਨਹੀਂ ਕਿ ਉਹਦੀ ਇੱਛਾ ਸੰਸਾਰਕ ਪਦਾਰਥਾਂ ਦੀ ਰਹਿ ਜਾਂਦੀ ਹੈ,
ਉਹਦੀ ਇੱਛਾ ਇੱਕ ਹੀ ਹੁੰਦੀ ਹੈ, ਇਹ ਹੈ ਮਨੋਰਥ ਮੇਰਾ। ਉਹਦਾ ਮਨੋਰਥ ਕੀ ਹੈ ਕਿ ਉਹਦਾ ਨਾਮ ਜਪਾਂ, ਉਹਦੇ ਵਿੱਚ ਭੇਦਤਾ ਹਾਸਲ ਕਰਾਂ, ਇਹੀ ਉਹਦਾ ਮਨੋਰਥ ਹੁੰਦਾ। ਇਸ ਲਈ ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਉਹ ਲੁਕਾਈ ਵਿੱਚ ਪ੍ਰਗਟ ਹੁੰਦਾ ਹੈ, ਉੱਗਾ ਇਨਸਾਨ ਸਿਰਮੌਰ ਹੁੰਦਾ ਹੈ, ਕਿਉਂਕਿ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ। ਉਹ ਪੰਚ ਪ੍ਰਧਾਨ, ਉਹ ਸ੍ਰੇਸ਼ਟ ਉੱਗਾ ਇਨਸਾਨ ਅਖਵਾਉਂਦਾ ਹੈ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਸਭ ਤੇ ਊਚ ਪਾਏ ਸਥਾਨ। ਤੁਹਾਨੂੰ ਆਰੰਭਤਾ ਵਿੱਚ ਇਹਦੇ ਬਾਰੇ ਜ਼ਿਕਰ ਕੀਤਾ ਸੀ। ਸਭ ਤੋਂ ਵੱਡਾ ਸਥਾਨ, ਉੱਚਾ ਮਿਆਰ, ਜੀਵਨ ਦਾ ਉੱਚਾ ਮਿਆਰ ਹੋ ਜਾਂਦਾ, ਵੱਡਾ ਮੁਰਾਤਬਾ ਹਾਸਲ ਕਰਦਾ। ਬੌਰ ਨਾ ਹੋਵੇ ਆਵਣ ਜਾਣ, ਕਿਉਂਕਿ ਆਉਣਾ ਜਾਣਾ ਮੁੱਕ ਜਾਣਾ। ਬੌਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੇ ਬੂਝ ਸਮਾਵਾਂਗੇ, ਅਵਸਥਾ ਹੋ ਜਾਂਦੀ। ਕਿਉਂਕਿ ਹਰ ਧਨ ਖਾਟ ਚਲੇ ਜਨ ਸੋਏ, ਜਿਹੜਾ ਜਨ ਹੈ ਉਹ ਹਰੀ ਦੇ ਨਾਮ ਧਨ ਨੂੰ ਖੱਟ ਕੇ ਜਾਂਦਾ ਹੈ। ਨਾਨਕ ਜਿਸੇ ਪ੍ਰਾਪਤ ਹੋਏ, ਹੇ ਨਾਨਕ ਇਹ ਨਾਮ ਧਨ ਵੀ ਉਹੀ ਖੱਟਦਾ ਜਿਹਨੂੰ ਪ੍ਰਾਪਤ ਹੁੰਦਾ, ਜਿਹਨੂੰ ਧੁਰ ਤੋਂ ਮਾਲਕ ਨੇ ਲਿਖ ਕੇ ਭੇਜਿਆ। ਖੇਮ ਸ਼ਾਂਤ ਰਿੱਧ ਨਵ ਨਿਧ। ਖੇਮ ਕਹਿੰਦੇ ਨੇ ਅਟਲ ਸੁਖ ਨੂੰ, ਸ਼ਾਂਤ ਕਹਿੰਦੇ ਨੇ ਸਹਿਜ ਅਵਸਥਾ ਅਡੋਲ ਅਵਸਥਾ ਨੂੰ, ਰਿੱਧ ਕਹਿੰਦੇ ਨੇ ਜੋਗ ਦੀਆਂ ਰਿੱਧੀਆਂ ਸਿੱਧੀਆਂ, ਨਵ ਨਿਧ ਨੌ ਖਜ਼ਾਨੇ। ਨੌ ਖਜ਼ਾਨਿਆਂ ਵਿੱਚ ਸਾਰੀਆਂ ਇਸ ਸੰਸਾਰ ਦੀਆਂ ਜਿੰਨੇ ਵੀ ਪਦਾਰਥ ਨੇ ਉਹ ਆ ਜਾਂਦੇ ਨੇ। ਬੁੱਧ ਅਕਲ ਗਿਆਨ ਸੋਝੀ ਸਰਬ ਤਹਿ ਸਿੱਧ, ਸਾਰੀਆਂ ਕਰਾਮਾਤਾਂ। ਵਿਦਿਆ ਪ੍ਰਾਪਤ ਹੋ ਜਾਂਦੀ ਹੈ, ਉਹ ਸਭ ਤੋਂ ਵੱਡਾ ਤਪੀ ਹੋ ਜਾਂਦਾ, ਉਹ ਜੋਗ ਜੁੜ ਜਾਂਦਾ ਹੈ। ਪ੍ਰਭ ਧਿਆਨ, ਉਹਦਾ ਪ੍ਰਭੂ ਨਾਲ ਧਿਆਨ ਜੁੜ ਜਾਂਦਾ ਹੈ। ਗਿਆਨ ਸ੍ਰੇਸ਼ਟ, ਉਹਨੂੰ ਸ੍ਰੇਸ਼ਟ ਗਿਆਨ ਪ੍ਰਾਪਤ ਹੁੰਦਾ ਹੈ। ਉੱਤਮ ਇਸ਼ਨਾਨ, ਸਭ ਤੋਂ ਉੱਤਮ ਇਸ਼ਨਾਨ ਉਸ ਨੂੰ ਪ੍ਰਾਪਤ ਹੁੰਦਾ ਹੈ। ਚਾਰ ਪਦਾਰਥ ਕਮਲ ਪ੍ਰਗਾਸ। ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਚਾਰੇ ਪਦਾਰਥ ਉਹਨੂੰ ਪ੍ਰਾਪਤ ਹੁੰਦੇ ਨੇ ਤੇ ਹਿਰਦੇ ਦਾ ਕੌਲ ਖੇਡ ਉੱਠਦਾ। ਸਤਿਗੁਰੂ ਕਿਰਪਾ ਕਰਦੇ ਨੇ। ਸਭ ਕੈ ਮਦ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ, ਪਰਿਵਾਰ ਵਿੱਚ ਵੀ ਰਹੇਗਾ, ਸੰਸਾਰ ਵਿੱਚ ਰਹੇਗਾ, ਵਪਾਰ ਵਿੱਚ ਵੀ ਰਹੇਗਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨ, ਸੁਰਤ ਸ਼ਬਦ ਭਵ ਸਾਗਰ ਤਰੀਏ। ਨਾਨਕ ਨਾਮ ਵਖਾਣਾ, ਉਹ ਸੁਰਤ ਕਰਕੇ ਨਿਰਲੇਪ ਰਹਿੰਦੇ ਨੇ। ਸੁੰਦਰ ਚਤੁਰ ਤਤ ਕਾ ਬੇਤਾ। ਤਤ ਕਾ ਬੇਤਾ ਮਹਰਮ, ਜਿਹੜਾ ਪਰਮਾਤਮਾ ਨੂੰ ਜਾਣਨ ਵਾਲਾ, ਉਹ ਸੁੰਦਰ ਹੈ, ਉਹ ਚਤੁਰ ਸਭ ਤੋਂ ਸਿਆਣਾ ਹੈ, ਔਰ ਪਰਮਾਤਮਾ ਨੂੰ ਜਾਣਨ ਵਾਲਾ ਉਹ ਮਹਰਮ ਹੈ। ਸਮਦਰਸੀ ਏਕ ਦਿਸ਼ਟੇਤਾ, ਉਹ ਇੱਕ ਦ੍ਰਿਸ਼ਟੀ ਸਾਰਿਆਂ ਲਈ ਰੱਖਦਾ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਇਹ ਫਲ ਤਿਸ ਜਨ ਕੈ ਮੁਖ ਭਨੇ, ਇਹ ਫਲ ਉਹਨੂੰ ਪ੍ਰਾਪਤ ਹੁੰਦੇ ਨੇ ਜਿਹੜਾ ਮੁਖ ਤੋਂ ਉਹਦੇ ਨਾਮ ਨੂੰ ਉਚਾਰਦਾ ਹੈ। ਮੁਖ ਖੱਖੇ ਨੂੰ ਸਿਆਰੀ ਹੈ, ਮੁਖ ਤੋਂ ਉਚਾਰਨ ਕਰਦਾ, ਭਨੇ ਉਚਾਰਦਾ ਹੈ। ਗੁਰ ਨਾਨਕ ਨਾਮ ਬਚਨ ਮਨ ਸੁਨੇ, ਜਿਸ ਨੇ ਗੁਰੂ ਨਾਨਕ ਦੇ ਬਚਨ ਆਪਣੇ ਸ਼ਰਵਨਾਂ ਨਾਲ ਸੁਣੇ। ਗੁਰੂ ਦੇ ਬਚਨ ਸੁਣੇ, ਉਹਨਾਂ ਦਾ ਵੀ ਉਧਾਰ ਹੁੰਦਾ, ਕਿਉਂਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਆਹੀ ਸ਼ਰਤ ਹੈ, ਆਪਣੇ ਕੰਨਾਂ ਨਾਲ ਉਹਦੇ ਬਚਨ ਸੁਣ, ਜ਼ੁਬਾਨ ਨਾਲ ਉਹਦੇ ਗੁਣ ਗਾ, ਤੇਰੀ ਜ਼ਿੰਦਗੀ ਵਿੱਚ ਦੁੱਖ ਦੀ ਕੋਈ ਥਾਂ ਨਹੀਂ ਰਹਿ ਗਈ, ਕੋਈ ਥਾਂ ਨਹੀਂ ਰਹਿ ਗਈ। ਜੀਵਨ ਵਿੱਚ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ। ਇਸ ਕਰਕੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਹੇ ਭਾਈ ਉਸ ਗੁਰੂ ਦੇ ਚਰਨਾਂ ਨਾਲ ਜੁੜ। ਤੇ ਗੁਰੂ ਕੀ ਕਰਦਾ ਹੈ? ਪ੍ਰਭੂ ਕਿਰਪਾ ਕਰਦਾ ਹੈ ਤੇ ਗੁਰੂ ਮਿਲਾਉਂਦਾ ਹੈ। ਗੁਰੂ ਕਿਰਪਾ ਕਰਦਾ, ਮਾਲਕ ਮਿਲਾ ਦਿੰਦਾ, ਪਰਮਾਤਮਾ ਮਿਲਾ ਦਿੰਦਾ ਹੈ। ਕਿਉਂਕਿ ਮਾਈ ਗੁਰ ਚਰਨੀ ਚਿਤ ਲਾਈਐ, ਹੇ ਮਾਂ ਗੁਰੂ ਦੇ ਚਰਨਾਂ ਨਾਲ ਚਿਤ ਲਾਈਏ। ਕਿਉਂਕਿ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੈ, ਜਦੋਂ ਉਹ ਕਿਰਪਾ ਕਰਦਾ ਹਿਰਦਾ ਕੌਲ ਫੁੱਲ ਖਿੜ ਉੱਠਦਾ ਹੈ। ਸਦਾ ਸਦਾ ਹਰ ਧਿਆਈਐ, ਸਦਾ ਸਦਾ ਫਿਰ ਉਹ ਮਨੁੱਖ ਹਰੀ ਨੂੰ ਧਿਆਉਂਦਾ ਰਹਿੰਦਾ, ਕਿਉਂਕਿ ਕੌਲ ਫੁੱਲ ਜੋ ਖਿੜ ਜਾਂਦਾ। ਇਸ ਕਰਕੇ ਜੋ ਅਸੀਂ ਇਹ ਪੜ੍ਹਦੇ ਹਾਂ, ਜੋ ਸੁਣਾਉਂਦੇ ਹਾਂ ਜਾਂ ਉਹ ਸੁਣਦੇ ਹਾਂ, ਉਹਨੂੰ ਅਮਲ ਵਿੱਚ ਵੀ ਲਿਆਉਣ ਦਾ ਯਤਨ ਕਰੀਏ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ। पढ़ना सुनन का ता ही लाभ है ना। इल्म को पढ़कर आलम कहलाया तो क्या फ़ायदा, इल्म को पढ़ के इल्म पे चलना ना आया तो क्या फ़ायदा। इल्म का पढ़ना पढ़ाना तो इसी में है, इल्म को पढ़ के इस पे चला जाए नहीं यूं ही वक्त गवाया
तो क्या फायदा। इसलिए जिस तरह खांड खांड कह जे बना स्वाद मीठो आवे, अगन अगन कह ਸੀਤ ਨਾ ਵਿਨਾਸ਼ ਹੈ। ਕੇਵਲ ਜ਼ੁਬਾਨ ਤੋਂ ਕਹਿਣ ਨਾਲ ਕੁਝ ਨਹੀਂ ਜੇ ਮਿਲਣਾ, ਉਹਨੂੰ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਲਿਆਉਣ ਦਾ ਯਤਨ ਕਰੀਏ, ਬਾਣੀ ਨੂੰ ਜਿਉਣ ਦਾ ਯਤਨ ਕਰੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਗੁਰਮਤਿ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਹਨ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਜਿਨ੍ਹਾਂ ਨੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਆਪਣੀ ਪਾਵਨ ਪਵਿੱਤਰ ਬਾਣੀ ਦੀ ਸੇਵਾ ਲਈ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਜਿਨ੍ਹਾਂ ਦੇ ਅਧੀਨ ਅਸੀਂ ਅੰਮ੍ਰਿਤ ਵੇਲੇ ਬਹੁਤ ਸਮਾਂ ਸੇਵਾ ਨਿਭਾਈ ਹੈ, ਬਹੁਤ ਮਾਣ ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਤਿੰਨਾਂ ਨੂੰ ਵੀ ਦੇਹ ਰੋਗਤਾ ਪ੍ਰਦਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਸੇਵਾ ਲੈਂਦੇ ਰਹਿਣ। ਬਹੁਤ ਹੀ ਮਾਣ ਸਤਿਕਾਰ ਵਾਲੇ ਕੀਰਤਨੀਏ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਪੌਂਟਾ ਸਾਹਿਬ ਵਾਲੇ, ਸਤਿਗੁਰੂ ਤਿੰਨਾਂ ਨੂੰ ਵੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਅਤੇ ਉਹ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰਦੇ ਰਹੇ। ਇਹਨਾਂ ਬਚਨਾਂ ਨਾਲ ਦਾਸ ਖਿਮਾ ਦਾ ਜਾਚਕ ਹੈ। ਆਪ ਸਾਰੀ ਸੰਗਤ ਝੁਕਾਓ ਗੁਰੂ ਚਰਨਾਂ ਵਿੱਚ ਸੀਸ, ਦਾਸਨ ਦਾਸਰੇ ਨਾਲ ਚੀਜ਼ ਦੀ ਫਤਿਹ ਪ੍ਰਵਾਨ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।